जस्ट पंजाबी देखते हुए सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਬਹੁਤ ਹੀ ਖੁਸ਼ੀ ਹੋ ਰਹੀ ਹੈ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਹਾਜ਼ਰ ਹਾਂ। ਇੱਕ ਵਾਰੀ ਫਿਰ ਗੱਲ ਕਰਨ ਜਾ ਰਹੇ ਹਾਂ ਕਲਗੀਧਰ ਟਰੱਸਟ ਬੜੂ ਸਾਹਿਬ ਸੰਸਥਾ ਬਾਰੇ। ਇਹ ਸੰਸਥਾ ਜੋ ਕਿ ਨਾ ਕਿ ਸਿਰਫ ਪੰਜਾਬ ਬਟ ਪੂਰੇ ਇੰਡੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖ ਪ੍ਰਿੰਸੀਪਲਸ ਤੇ ਵੈਲਿਊਜ਼ ਨੂੰ ਲੈ ਕੇ ਅਗਲੀ ਪੀੜ੍ਹੀ ਨੂੰ ਐਜੂਕੇਟ ਕਰ ਰਹੀ ਹੈ। ਤੇ ਜੋ ਸਭ ਤੋਂ ਲੋੜਵੰਦ ਹਨ ਸਾਡੀ ਸੁਸਾਇਟੀ ਵਿੱਚ, ਭਾਵੇਂ ਐਜੂਕੇਸ਼ਨ ਦੀ ਕਮੀ ਕਰਕੇ, ਗਰੀਬੀ ਕਰਕੇ, ਨਸ਼ਿਆਂ ਕਰਕੇ, ਇਨ ਸਾਰੀ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਦਾ ਤੁਸੀਂ ਕਹਿ ਲਓ ਇੱਕ ਹੱਲ ਲੱਭ ਕੇ ਇਹਨਾਂ ਨੂੰ ਐਡਰੈਸ ਕਰ ਰਹੀ ਹੈ। ਐਂਡ ਜਿਸ ਤਰ੍ਹਾਂ ਹਰ ਹਫਤੇ ਤੁਹਾਡੇ ਨਾਲ ਜੁੜਦੇ ਹਾਂ, ਇੱਕ ਵਾਰੀ ਫਿਰ ਅੱਜ ਸ਼ਾਮ ਨੂੰ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਕਲਗੀਧਰ ਬੜੂ ਸਾਹਿਬ ਟਰੱਸਟ ਦੀ ਟੀਮ ਜੋ ਕਿ ਸਾਡੇ ਨਾਲ ਜੁੜੀ ਹਨ। ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਨਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਵਾਗਤ। ਬਹੁਤ ਹੀ ਖੁਸ਼ੀ ਹੋ ਰਹੀ ਹੈ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਨੂੰ ਵਿਊਅਰਸ ਦੇ ਨਾਲ ਪੇਸ਼ ਕਰਦੇ ਹੋਏ। ਸਾਡੇ ਨਾਲ ਬੜੂ ਸਾਹਿਬ ਦੀ ਟੀਮ ਤੋਂ ਜੁੜੇ ਹਨ ਰੂਬੀ ਕੋਹਲੀ ਜੀ, ਸਤਿ ਸ਼੍ਰੀ ਅਕਾਲ, ਰਵੀਦੀਪ ਕੌਰ ਮੁਖਤਾ ਜੀ ਅਤੇ ਆਫ ਕੋਰਸ ਜਸਪਾਲ ਸਿੰਘ ਜੀ ਕੈਲੀਫੋਰਨੀਆ ਤੋਂ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਥੋੜੀ ਚੇਰ ਹੋਈ ਹੈ ਕਿ ਸਾਡੀ ਤੁਹਾਡੇ ਨਾਲ ਗੱਲ ਨਹੀਂ ਹੋਈ, ਸੋ ਦੇਰ ਇਜ਼ ਲੋਟਸ ਆਫ ਅਪਡੇਟਸ। ਕਾਫੀ ਸਾਰੀ ਚੀਜ਼ਾਂ ਹੈਗੀਆਂ ਸੰਸਥਾ ਬਾਰੇ ਤੇ ਕਰੰਟ ਜੋ ਤੁਸੀਂ ਕਹਿ ਲਓ ਅਚੀਵਮੈਂਟਸ ਇਸ ਔਖੇ ਸਮੇਂ ਦੇ ਵਿੱਚ ਵੀ ਸੰਸਥਾ ਕਰ ਪਾਈ ਹੈ। ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲੇ ਰੂਬੀ ਜੀ ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹੁੰਦੀ ਹਾਂ। ਬੜੂ ਸਾਹਿਬ, ਖਾਸ ਕਰਕੇ ਬੜੂ ਸਾਹਿਬ ਦੀ ਟੀਮ ਵੱਲੋਂ ਭਾਵੇਂ ਸਾਨੂੰ ਤੇ ਵਿਊਅਰਸ ਨੂੰ ਨਹੀਂ ਸੁਣਨ ਨੂੰ ਮਿਲਿਆ, ਬਟ ਕੰਮ ਨਹੀਂ ਰੁਕਿਆ। ਸੰਸਥਾ ਦੇ ਵਿੱਚ ਕੰਮ ਉਨੀ ਹੀ ਅਗਰੈਸਿਵਲੀ ਹੋ ਰਿਹਾ ਹੈ ਜਦੋਂ ਤੋਂ ਇਸ ਸੰਸਥਾ ਨੂੰ ਸ਼ੁਰੂ ਕੀਤਾ ਗਿਆ ਸੀ। ਸੋ ਰੂਬੀ ਜੀ ਸਾਨੂੰ ਥੋੜਾ ਜਿਹਾ ਅਪਡੇਟ ਦਿਵੋ ਇਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਕਿਸ ਤਰ੍ਹਾਂ ਸੰਸਥਾ ਆਪਣੇ ਮਿਸ਼ਨ ਦੇ ਵਿੱਚ ਲੱਗੀ ਹੋਈ ਹੈ। ਥੈਂਕ ਯੂ ਸੋ ਮਚ ਅਸ਼ਮਿਤਾ ਜੀ। ਪਹਿਲੀ ਗੱਲ ਤੇ ਦਿਸ ਈਅਰ ਹੈਜ਼ ਬੀਨ ਐਕਸਟ੍ਰੀਮਲੀ ਚੈਲੰਜਿੰਗ, ਬਟ ਔਨ ਦਾ ਅਦਰ ਹੈਂਡ ਮੈਨੂੰ ਮਹਿਸੂਸ ਹੁੰਦਾ ਹੈ ਕਿ ਕਰਤਾ ਪੁਰਖ ਨੇ ਆਪ ਹੀ ਹੱਥ ਫੜ ਕੇ ਤੇ ਬਹੁਤ ਸਾਰੇ ਕੰਮ ਸਾਡੇ ਨਜਿੱਠ ਦਿੱਤੇ ਨੇ ਇਸ ਸੀਜ਼ਨ ਦੇ ਵਿੱਚ। ਫੋਰ ਐਗਜ਼ਾਮਪਲ ਕੋਵਿਡ ਦਾ ਦੌਰਾਨ ਸਾਰਾ ਲੋਕਡਾਊਨ ਸੀ ਕੰਟਰੀ, ਪਿਛਲੇ ਸਾਲ ਸਕੂਲਸ ਬੰਦ ਸਨ। 1 ਅਗਸਤ 2021 ਤੋਂ ਸਕੂਲਸ ਨੇ ਰੈਗੂਲਰ ਆਪਣੀ ਕਲਾਸਿਸ ਰਿਜ਼ਿਊਮ ਕੀਤੀਆਂ ਨੇ। ਐਂਡ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਜਦ ਲੋਕਡਾਊਨ ਲੱਗਿਆ ਸੀ ਤੇ ਇਮੀਡੀਏਟਲੀ ਵੀ ਹੈਡ ਸਟਾਰਟਡ ਆਨਲਾਈਨ ਕਲਾਸਿਸ। ਐਂਡ I'm very proud to say that ki probably amongst the first in the northern India campus area Akal academies ne online teaching ਦਾ curriculum start ਕਰ ਦਿੱਤਾ ਸੀ ਬੱਚਿਆਂ ਦੇ ਨਾਲ। 45,000 ਬੱਚਾ ਇਨੀਸ਼ੀਅਲੀ ਜਿਹੜੇ ਫਿਗਰਸ ਆਏ ਸਨ ਉਹਦੇ ਚ ਆਨਲਾਈਨ ਨੇ ਜੁੜ ਚੁੱਕੇ ਸਨ ਔਰ ਬਹੁਤ ਸਕਸੈਸਫੁਲ ਰਿਹਾ ਪ੍ਰੋਗਰਾਮ। ਇਸ ਤੋਂ ਇਲਾਵਾ ਸਾਡੀ ਕੋਵਿਡ ਹਸਪੀਟਲ ਜਿਹੜਾ ਡੈਜ਼ਿਗਨੇਟ ਕਰ ਦਿੱਤਾ ਗਿਆ ਅਕਾਲ ਹਸਪੀਟਲ ਬੜੂ ਸਾਹਿਬ ਜੀ। ਤੁਸੀਂ ਹੈਰਾਨ ਹੋ ਜਾਓਗੇ, ਪਿੰਡਾਂ ਦੇ ਵਿੱਚ ਦੂਰ ਦਰਾਜ਼ ਇਲਾਕਿਆਂ ਦੇ ਵਿੱਚ ਜਾ ਕੇ ਇਹ ਪਹਾੜੀ ਦੁਰਗਮ ਰਸਤਿਆਂ ਦੇ ਵਿੱਚ ਹਸਪਤਾਲ ਹੈਗਾ ਹੈ। ਐਂਡ ਇਨ ਅ ਵੈਰੀ ਸ਼ਾਰਟ ਟਾਈਮ ਵੀ ਮੈਨੇਜ ਟੂ ਸੋਰਸ ਆਊਟ ਆਕਸੀਜਨ ਜਨਰੇਟਰਸ ਐਂਡ ICU ਸਟਾਫ ਜਿਹੜਾ ਚਾਹੀਦਾ ਹੁੰਦਾ ਗਿਆ ਕੋਵਿਡ ਦੀ ਟ੍ਰੀਟਮੈਂਟ ਵਾਸਤੇ। ਗਵਰਨਮੈਂਟ ਨੇ ਡੈਜ਼ਿਗਨੇਟ ਕਰ ਦਿੱਤਾ ਸੀ ਇਹਨੂੰ। 3000 ਬੰਦਾ ਲਗਭਗ ਇਹਦੇ ਵਿੱਚ ਕੁਆਰੰਟਾਈਨ ਹੋਇਆ ਸੀ। 723 ਬੰਦਾ ਇਹਦੇ ਵਿੱਚ ਟ੍ਰੀਟ ਹੋਇਆ ਕੋਵਿਡ ਦਾ ਅਫੈਕਟਡ ਪੇਸ਼ੈਂਟ, 723। ਐਂਡ 2 ICU ਬੈੱਡ ਦਾ ਸੈਟਅਪ ਲਗਾਇਆ ਗਿਆ ਸਪੈਸ਼ਲੀ ਫॉर ਕੋਵਿਡ ਓਨਲੀ ਇਨ ਅ ਵੈਰੀ ਸ਼ਾਰਟ ਟਾਈਮ। ਇਹ ਇੱਕ ਸੈਕੰਡ ਸਟੱਡੀ ਰਹੀ ਹੈ ਅਚੀਵਮੈਂਟ ਪਿਛਲੇ 1 ਸਾਲ ਦੇ ਅੰਦਰ। ਤੁਸੀਂ ਹੈਰਾਨ ਹੋ ਜਾਓਗੇ, ਵਿਦਆਊਟ ਹੋਮਵਰਕ 45,000 ਬੱਚਾ ਜਿਹੜਾ ਉਸ ਸਮੇਂ ਆਨਲਾਈਨ ਕਲਾਸਿਸ ਲੈ ਰਿਹਾ ਸੀ, ਉਹਨਾਂ ਨੇ ਆਨਲਾਈਨ ਟੈਸਟ ਵੀ ਆਪਣਾ ਕਲੀਅਰ ਕੀਤਾ ਵਿਚ ਵਾਸ ਦਾ ਫਰਸਟ ਇਨ ਨਾਰਥ ਇੰਡੀਆ। ਕਿਸੇ ਨੇ ਵੀ ਟਰਮੀਨਲ ਟੈਸਟ ਜਾਂ ਐਨੂਅਲ ਐਗਜ਼ਾਮ ਜਿਹੜੇ ਨੇ ਆਨਲਾਈਨ ਨਹੀਂ ਦਿੱਤੇ ਸੀ ਤਦ ਤੱਕ। ਵੀ ਗੋਟ ਇਟ ਕੰਡਕਟਡ ਅੰਡਰ ਕੁਆਇਟ ਇੰਟੈਂਸਿਵ ਸੁਪਰਵਿਜ਼ਨ ਔਰ ਇਹ ਸਾਰਾ ਕੁਝ ਕੰਡਕਟ ਹੋਇਆ ਹੈਗਾ। 14,000 ਇੰਟਰੈਕਸ਼ਨਸ ਕੀਤੇ ਗਏ, ਪ੍ਰੋਫੈਸ਼ਨਲ ਡਿਵੈਲਪਮੈਂਟ ਕੋਰਸਿਸ ਕੀਤੇ ਗਏ ਆਨਲਾਈਨ ਦੇ ਵਿੱਚ ਔਰ ਟੀਚਰਸ ਨੇ ਬੜੀ ਮਿਹਨਤ ਕੀਤੀ ਹੈਗੀ ਹੈ। ਔਰ
ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਮੈਂ ਕਹਾਂਗਾ ਪਿਛਲੇ 1 ਸਾਲ ਦੇ ਅੰਦਰ, ਹਾਲਾਂਕਿ ਫਾਈਨੈਂਸ਼ੀਅਲੀ ਅਸੀਂ ਬਹੁਤ ਕੰਸਟ੍ਰੇਨਡ ਰਹੇ ਹਾਂ, ਬਹੁਤ ਜ਼ਿਆਦਾ ਕੰਸਟ੍ਰੇਨਡ ਰਹੇ ਹਾਂ, ਫੀਸਾਂ ਦੀ ਵੀ ਕਿੱਲਤ ਰਹੀ ਹੈ, ਕਈ ਪੇਰੈਂਟਸ were unable to pay the fees. That was also a big problem. ਜੀ We had to be very sensitive to their requirements and not force them to pay, of course. as is the norm in any other school. ਜੀ So we had to be very sensitive on that. Despite all that, 31 ਮਾਰਚ 2021 ਨੂੰ ਤੁਹਾਡੇ ਹੀ ਪ੍ਰੋਗਰਾਮ ਤੇ ਅਸੀਂ ਅਨਾਉਂਸ ਕੀਤਾ ਸੀ, ਦੱਸਿਆ ਸੀ ਕਿ ਬਈ ਸਾਡਾ ਜਿਹੜਾ ਲੋਨ ਆਊਟਸਟੈਂਡਿੰਗ ਸੀ, we brought it down from 90 crores to 70 crores on 31st March 2021. It was all happening through the support of various donors based across USA, UK, Australia, India, matlab with a specific mindset कि ਅਸੀਂ loan ਦਾ ਕਰਜ਼ਾ ਜਿਹੜਾ ਹੈਗਾ reduce ਕਰਨਾ ਹੈਗਾ. ਜੀ Debt reduction is the mantra nowadays in the whole world. So Yep. we were also looking for reducing the debt. ਬੜੀ ਖੁਸ਼ੀ ਦੀ ਗੱਲ ਇਹ ਹੈਗੀ ਹੈ, you will be happy to know ਕਿ now as on 8th of October today, as we are discussing and recording this program, ਜੀ we have brought down the debt to 40 crores from Wow. 70 crores on 31st March Wow. 2021. So this is a very focused and very intensive drive that we are doing to reduce the debt. ਔਰ ਸਾਡੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਹੈਗੀ ਹੈ, ਹੁਣ ਤੱਕ ਜੋ ਕੁਝ ਵੀ ਹੋਇਆ ਅਚੀਵ, ਇਹ ਅਕਾਲ ਪੁਰਖ ਦੇ ਬਲੇਸਿੰਗ ਸਦਕਾ ਹੋਇਆ ਤੇ ਸਾਧ ਸੰਗਤ ਦੀ ਸਪੋਰਟ ਸਦਕਾ ਹੋਇਆ। ਅਸੀਂ ਕੁਝ ਨਹੀਂ ਕੀਤਾ, ਅਸੀਂ ਤਾਂ ਹੀ ਮੰਨਦੇ ਹੈਗੇ ਆ। ਵੀ ਰੂਬੀ ਵਰ ਜੀ ਜਸਟ ਵਿਜੀਲੈਂਟ ਕਿ ਅਸੀਂ ਐਸ ਦੇ ਉੱਤੇ ਪਹਿਰਾ ਦਈਏ, ਜੀ ਐਂਡ ਅਸੀਂ ਪਹਿਰਾ ਦੇ ਕੇ ਤੇ ਇਸ ਨੂੰ ਕੋਸ਼ਿਸ਼ ਕੀਤੀ ਹੈ। ਅਸੀਂ ਚਾਹਾਂਗੇ ਕਿ ਅਗਲਾ ਜਿਹੜਾ ਇਹ 40 ਕਰੋੜ ਦਾ ਲੋਨ ਆਊਟਸਟੈਂਡਿੰਗ ਰਹਿ ਗਿਆ ਹੈ, ਬਾਈ 31 ਦਸੰਬਰ ਅਸੀਂ ਕਿਸੇ ਤਰੀਕੇ ਨਾਲ ਹੱਲਾ ਮਾਰ ਕੇ ਇਸ ਨੂੰ ਵੀ ਉਤਾਰ ਦਈਏ ਔਰ ਇੱਕ ਵਾਰ ਵਾਸਤੇ ਅਸੀਂ ਡੈਟ ਫ੍ਰੀ ਹੋ ਜਾਈਏ, ਮੌਰਗੇਜ ਫ੍ਰੀ ਹੋ ਜਾਈਏ, ਜੀ so that we do not have any interest factor in our balance sheets. ਜੀ ਦਿਸ ਇਜ਼ ਸੱਚ ਏ, ਮੈਂ ਕਹਾਂਗੀ ਇੰਨੀ ਵੱਡੀ ਤੁਸੀਂ ਇਹ ਅਚੀਵਮੈਂਟ ਸਾਡੇ ਨਾਲ ਸ਼ੇਅਰ ਕੀਤੀ ਹੈ। ਮੈਂ ਇੱਕ ਵਾਰੀ ਫਿਰ ਇਹਨੂੰ ਵਿਊਅਰਸ ਲਈ ਦੁਹਰਾਉਣਾ ਚਾਹੁੰਦੀ ਹਾਂ। ਮਾਰਚ 31 ਨੂੰ 70 ਕਰੋੜ ਡੈਟ ਸੀਗੀ ਤੇ ਅੱਜ ਦੀ ਡੇਟ ਤੁਸੀਂ ਕਹਿ ਰਹੇ ਹੋ 40 ਕਰੋੜ ਤੱਕ ਉਹਨੂੰ ਰਿਡਿਊਸ ਕੀਤਾ ਗਿਆ ਹੈ। ਐਬਸੋਲੂਟਲੀ ਸਾਲ ਦੇ ਐਂਡ ਤੱਕ ਇਸ ਡੈਟ ਨੂੰ ਵੀ ਤਾਰ ਸਕਦੇ ਹਾਂ, ਜਿੱਥੇ ਸੰਗਤ ਨੇ ਇੰਨੀ ਹੱਲੀਸ਼ੇਰੀ ਦੇ ਨਾਲ ਸਪੋਰਟ ਕੀਤੀ ਹੈ ਸੰਸਥਾ ਦੀ ਓਵਰ ਡੈਕੇਡਸ, ਤੇ ਇਹ ਤਾਂ ਕੁਝ ਵੀ ਨਹੀਂ ਹੈਗਾ ਹੁਣ। ਯੂ ਨੋ ਰੂਬੀ ਜੀ, ਤੁਸੀਂ ਇਸ ਆਨਲਾਈਨ ਐਜੂਕੇਸ਼ਨ ਦੀ ਗੱਲ ਕੀਤੀ ਐਂਡ ਦਿਸ ਇਜ਼ ਅ ਵੈਰੀ ਆਈ ਥਿੰਕ ਸ਼ੁਰੂ ਤੋਂ ਪਿਛਲੇ ਸਾਲ ਵੀ ਜਦੋਂ ਅਸੀਂ ਸੰਸਥਾ ਦੇ ਨਾਲ ਪ੍ਰੋਗਰਾਮ ਕਰ ਰਹੇ ਸੀ, ਯੂ ਗਾਈਜ਼ ਹੈਵ ਬੀਨ ਲੀਡਰਸ, ਪਾਇਨੀਅਰਸ, ਨਾ ਕਿ ਸਿਰਫ ਇੰਡੀਆ ਦੇ ਵਿੱਚ ਬਟ ਜਿੱਥੇ ਇੱਕ ਫੇਥ ਬੇਸਡ, ਵੈਲਿਊ ਬੇਸਡ ਜੋ ਧਾਰਮਿਕ ਐਜੂਕੇਸ਼ਨ ਹੈਗੀ, ਦੁਨਿਆਵੀ ਵਿਦਿਆ ਤਾਂ ਹਰ ਇੱਕ ਕੋਈ ਪ੍ਰੋਵਾਈਡ ਕਰ ਸਕਦਾ ਤੇ ਕਰ ਵੀ ਰਿਹਾ, ਬਟ ਜੋ ਧਾਰਮਿਕ ਵਿਦਿਆ ਹੈ ਜਿਸ ਤਰ੍ਹਾਂ ਬੜੂ ਸਾਹਿਬ ਪ੍ਰੋਵਾਈਡ ਕਰਦਾ ਹੈ, ਉਸ ਚੀਜ਼ ਨੂੰ ਮਾਸਸ ਤੱਕ ਲੈ ਕੇ ਆਣਾ, ਕੁਆਰੰਟੀਨ ਦੇ ਵਿੱਚ, ਸ਼ਟਡਾਊਨਸ ਦੇ ਵਿੱਚ ਟੈਕਨੋਲੋਜੀ ਨੂੰ ਕਿਸ ਤਰ੍ਹਾਂ ਵਰਤਿਆ ਤੁਸੀਂ ਇਨ ਸੱਚ ਅ ਐਡਵਾਂਸਡ ਵੇ, ਡੈਫੀਨਿਟਲੀ ਤੁਸੀਂ ਹੋਰਾਂ ਲਈ ਇੱਕ ਪਾਥ ਪੇਵ ਕੀਤਾ ਹੈ, ਸੋ ਅਦਰਸ ਕੈਨ ਡੂ ਦਿਸ ਐਜ਼ ਵੈਲ। ਐਂਡ ਜੋ ਬੱਚਿਆਂ ਨੂੰ ਐਜੂਕੇਸ਼ਨ ਤੋਂ ਨਹੀਂ ਤੁਸੀਂ ਡਿਪਰਾਈਵ ਕੀਤਾ, that's the biggest achievement. We have some videos on this. Ruby ji, tell us about the video ਜੋ ਅਸੀਂ ਹੁਣ ਵੇਖਣ ਜਾ ਰਹੇ ਹਾਂ about this online education program. Yeah, it's a short video, Ashmita ji, and I'd request all of you to kindly go through this. ਦੇਖੋ ਇਹਦਾ ਆਊਟਕਮ ਤੇ ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸ ਦਿੰਦਾ ਵਾਂ ਕਿ ਪਿੰਡਾਂ ਵਿੱਚ ਰਹਿ ਕੇ we have district toppers in Fatehabad district, Haryana, in Barnala district. We have district topper in Patiala district. You'll be amazed. Patiala is an urban area, yet we have district toppers from there. 12ਵੀਂ ਦੇ ਇਮਤਿਹਾਨ ਦੇ ਵਿੱਚ ਸਾਡੇ 1480 ਬੱਚਿਆਂ ਨੇ ਅਪੀਅਰ ਕੀਤਾ ਇਸ ਸਾਲ CBSE ਦੇ ਐਗਜ਼ਾਮਸ ਦੇ ਵਿੱਚ। The highest marks was 98%. Number of students was 957 who scored above 8%. 1480 ਵਿੱਚ 957 ਬੱਚਾ ਐਸਾ ਸੀ ਜਿਨ੍ਹਾਂ ਨੇ 80% ਉੱਤੇ ਮਾਰਕਸ ਲਿੱਤੇ। 10ਵੀਂ ਦੇ ਵਿੱਚ 3562 3562 ਬੱਚਿਆਂ ਨੇ ਅਪੀਅਰ ਕੀਤਾ। Highest marks was 99.2%, just 0.8% less than 100%. ਜੀ। And
3188 ਬੱਚੇ ਆਊਟ ਆਫ 3562 3188 ਬੱਚਿਆਂ ਨੇ 80% ਮਾਰਕਸ ਉੱਤੇ ਸਕੋਰ ਕੀਤਾ। ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਸੰਸਥਾ ਗੁਰੂ ਸਾਹਿਬ ਕਲਗੀਧਰ ਟਰੱਸਟ ਦੇ ਨਾਲ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਜਿੱਥੇ ਪੰਜਾਬ ਦੀ ਸਫਲਤਾ ਦੀ ਗੱਲ ਆਉਂਦੀ ਹੈ, ਸਾਡੀ ਅਗਲੀ ਪੀੜ੍ਹੀ ਦੀ ਗੱਲ ਆਉਂਦੀ ਹੈ ਤੇ ਸਿੱਖ ਵਿਰਾਸਤ ਦੀ ਗੱਲ ਆਉਂਦੀ ਹੈ। ਐਜੂਕੇਸ਼ਨ ਇਜ਼ ਐਟ ਦ ਕੋਰ ਆਫ ਆਲ ਆਫ ਥੀਸ ਥਿੰਗਸ ਤੇ ਐਜੂਕੇਸ਼ਨ ਹੀ ਇਸ ਸੰਸਥਾ ਦਾ ਮਿਸ਼ਨ ਹੈ। ਸਾਡੇ ਨਾਲ ਜੁੜੇ ਹਨ ਸੰਸਥਾ ਦੇ ਸੇਵਾਦਾਰ। ਸਾਰਿਆਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਰੂਬੀ ਕੋਹਲੀ ਜੀ, ਰਵੀਦੀਪ ਕੌਰ ਮੁਕਤਾ ਜੀ ਤੇ ਜਸਪਾਲ ਸਿੰਘ ਜੀ, ਤੁਹਾਨੂੰ ਇੱਕ ਵਾਰੀ ਫਿਰ स्वागत। जसपाल जी, ब्रेक तो पहले व्यूअर्स ने एक वीडियो देखी ऑनलाइन एजुकेशन दा प्लेटफॉर्म जो ये संस्था ने खड़ा किया है जो पूरी दुनिया नू बंद हो के दे वर स्टक इन देयर होम्स। आई थिंक सम ऑफ द पीपल दैट सफर द मोस्ट वर किड्स जिन्हां नू एक बहुत ही तुसी कह लो जो बच्चा एक एजुकेशन एक स्कूल एज दा हैगा ਉਹਦੇ ਲਈ ਇੱਕ ਸਾਲ ਮੈਟਰ ਕਰਦਾ ਹੈ ਬਿਕਾਜ਼ ਉਹ ਸਾਲ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਕਿੰਨਾ ਕੀ ਹੈਗਾ ਯੂ نو ਉਹ ਬੱਚੇ ਨੂੰ ਉਹ ਸਾਲ ਵਾਪਸ ਨਹੀਂ ਮਿਲਦਾ। जो प्रोफैशनल्स दी नौकरियां या बाकी चीज़ां ते पॉज पे वो तो फिर भी यू कैन मेक दैट अप बट यू कैन मेक अप एजुकेशन जदों ये लॉस्ट हो जाती है। सो बड़ू साहब ने इस चीज़ दे विच कोई रुकावट नहीं आन दित्ती। इन्ने ज़्यादा बच्चों नूं तुसीं कनैक्ट किया टैक्नोलॉजी दे नाल टू मेक श्योर कि उन्हां दी स्टडीज़ दे विच कोई भी यू नो रोक ना आए। जसपाल जी, तुसी कैलीफोर्निया तो साडे नाल जुड़े हो, तुसी इत्थे दे कम्यूनिटी दे नाल वरतदे हो। यू नो जिथे कम्यूनिटी दा रोल रहा है इस संस्था दी अचीवमेंट्स दे विच राइट वो थोड़ा जिहा शेयर करो बिकॉज असी एक बारी फिर असी लोकां नूं रिमाइंड कराना चाहते हैं कि इन्ने वड्डे काम हो रहे हैं संगत करके हो रहे हैं लेकिन काम हले खत्म नहीं होया। जसपाल जी। हाँ जी, वाहिगुरू जी खालसा वाहिगुरू जी फतेह सारी संगत नूं। सो शिमता जी, बेशक मैं अज कैलीफोर्निया च रह रहा पर मैं फिर भी जी मेरी बैकग्राउंड है वह पेंडू बैकग्राउंड तो मैं बिलोंग करदा। मैं पंजाब के बिल्कुल बैकवर्ड एरिए का जंपल हाँ, बिल्कुल हरियाणे के बॉर्डर के उत्ते दमदमा साहब के कोल मेरा पिंड है ते उस पिंड दे विच मैं जम्मिया जिथे कि स्कूल भी सिर्फ 5th ग्रेड तक सीगा ते उत्थों बाद असीं सानू जाके शहर दे विच माइग्रेट करना पिया पेरेंट्स नूं नेड़े जो भी टाउन सीगा। सो मेरी जिहड़ी जांच है जिन्ने भी साडे व्यूअर्स ने कि सानू जिन्ने भी पिंडां चों आए उन्हां दे अगे किते भी ये बैकग्राउंड दे काफी आ रही है इस टाइम। सो टैक्नीकली थोड़ी चेक करो बट मैं कह रहा भी जो पिंडां दे विच साडी इस टाइम जो सिचुएशन है मतलब कि पिंडां दे विच असी उन्होंने बहुत ज्यादा इंप्रूवमेंट लियांदी है गुरु साहब ने एजुकेशन दे विच इज वेरी एडमायरेबल। सो मैं ये जिद्दां आई वाज लकी ना कि मैं पिंडां दे विचों शहर च आया। शहर तो बाद मैं डीएवी कॉलेज चंडीगढ़ पढ़ सकिया। उस तो बाद मैं इंजीनियरिंग कॉलेज लुधियाने दे विच इंजीनियरिंग दी कोर्स कीती ते यू वोंट बिलीव के भी ਜਿਹੜੇ ਦਮਦਮਾ ਸਾਹਿਬ ਤਹਿਸੀਲ ਪੈਂਦੀ ਆ ਆਲਮੋਸਟ ਲਾਈਕ ਆਈ ਵਾਸ ਕਾਈਂਡ ਆਫ ਫਸਟ ਸਟੂਡੈਂਟ ਜਿਹਨੇ ਮਤਲਬ ਕਿ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨ ਜੀ ਉਸ ਤਰ੍ਹਾਂ ਦੇ ਇਲਾਕੇ ਨੂੰ ਅਸੀਂ ਬਿਲੋਂਗ ਕਰਦੇ ਹਾਂ। ਸੋ ਜੋ ਇਹ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਇਹ ਸਿਖਾ ਰਹੇ ਨੇ ਜੋ ਇਹ ਐਜੂਕੇਸ਼ਨ ਦੇ ਔਰ ਨਾਲ ਧਾਰਮਿਕ ਐਜੂਕੇਸ਼ਨ ਜਿਹੜੀ ਗੁਰੂ ਸਾਹਿਬ ਵੱਲੋਂ ਆਪਾਂ ਨੂੰ ਦਿੱਤੀ ਜਾ ਰਹੀ ਸੋ ਉਹ ਐਡਮਾਇਰ ਮਤਲਬ ਵੈਲਿਊ ਅਸੀਂ ਪੇ ਨਹੀਂ ਕਰ ਸਕਦੇ। ਜਿਹੜੇ ਪਿੰਡਾਂ ਚੋਂ ਆਇਆ ਉਹਨਾਂ ਨੂੰ ਹੀ ਪਤਾ ਹੈ ਉਹੀ ਰਿਅਲਾਈਜ਼ ਕਰ इस करके मैं तो फैन है गुरु साहब की ऑर्गेनाइजेशन का कि मैं जो भी आप कर सकीए आप ਵੱਧ ਤੋਂ ਵੱਧ पैसे ट्रेड कर सकते हैं पर जो ग्राउंड लैवल के उत्ते उत्थे सारे बंदे काम कर रहे हैं। जिस तरह रूबी वीर जी ने डॉक्टर दविंदर सिंह ने बाबा जी ने अपनी सारी लाइफ जो उन्होंने किया मतलब वो तुम इक्वली कदे भी बंदा मैच नहीं कर सकता पर थोड़ा बहुता भी आप कुछ कर सकी पार्टिसिपेशन वो साडी बड़े बड़े भाग होणगे ते मैं कहना भी इनू वध तो वध आपां सपोर्ट करिए और इस मिशन नू होर वध तो वध अगे लेके चलिए ताकि अपने पिंडां दे बच्चों का वध तो वध फायदा हो सके और यही एक चीज़ है जिहड़ी पंजाब दे विच रेवोल्यूशन लिया सकती है जिस पंजाब नू दुआरा खड़ा कर सकती है।
ਜੀ ਜਸਪਾਲ ਜੀ ਆਮ ਸੋ ਗਲੈਡ ਤੁਸੀਂ ਇਹ ਗੱਲ ਛੇੜੀ ਕਿ ਪੰਜਾਬ ਦੇ ਵਿੱਚ ਅਗਰ ਕੋਈ ਮੀਨਿੰਗਫੁਲ ਚੇਂਜ ਅਸੀਂ ਲੈ ਕੇ ਆਉਣਾ ਹੈ, ਗੱਲਾਂ ਦੇ ਨਾਲ ਨਹੀਂ ਇਹ ਕੰਮ ਹੋਣਾ। ਪੋਲੀਟੀਸ਼ਨਾਂ ਦੀ ਜਾਂ ਸਰਕਾਰ ਦੀ ਵੇਟ ਕਰਦੇ ਕਰਦੇ ਤਾਂ ਪਤਾ ਨਹੀਂ ਕਿੰਨਾ ਟਾਈਮ ਲੰਘ ਸਕਦਾ ਹੈ, ਬਟ ਜਿੱਥੇ ਸੰਗਤ ਦੀ ਮਾਇਆ ਦੀ ਦੇਣ ਦੇ ਨਾਲ ਤੇ ਜੋ ਔਨ ਦ ਗਰਾਊਂਡ ਇਨਫਰਾਸਟ੍ਰਕਚਰ ਟੀਮਸ ਆਲਰੇਡੀ ਇੰਨੀ ਮਿਹਨਤ, ਇੰਨੀ ਐਸਟੈਬਲਿਸ਼ਡ ਇਹ ਸੰਸਥਾ ਹੈਗੀ, ਕਰ ਰਹੀ ਹੈ, ਇੰਨੀ ਮਿਹਨਤ ਕਰ ਰਹੀ ਹੈ। ਜੋ ਸਾਡੇ ਵਿਊਅਰਸ ਅੱਜ ਸੁਣ ਰਹੇ ਉਹਨਾਂ ਲਈ ਸਿਰਫ ਇੱਕ ਸਿੰਪਲ ਅਪੀਲ ਹੈ, ਤੁਸੀਂ ਸਿਰਫ ਤਾਂ ਸਿਰਫ ਮਾਇਆ ਦੀ ਦੇਣ ਹੀ ਕਰਨੀ ਹੈ। ਐਂਡ ਉਹ ਵੀ once again ਹੁਣ ਉਹ ਟਾਈਮ ਸ਼ੁਰੂ ਹੋ ਚੁੱਕਿਆ ਹੈ, ਇਟਸ ਗੋਇੰਗ ਟੁਵਰਡਸ ਦ ਐਂਡ ਆਫ ਦ ਈਅਰ। ਲੋਕੀ ਸੋਚਦੇ ਆ ਕਿ ਅਸੀਂ ਕਿਸ ਪਾਸੇ ਆਪਣੇ ਪੈਸੇ ਖਰਚਨੇ ਹੈ, ਰਾਈਟ। ਸੋ ਇੱਥੇ ਤੁਹਾਡਾ ਇੱਕ ਡਾਲਰ ਕਿੰਨਾ ਜ਼ਿਆਦਾ ਇੰਪੈਕਟ ਕਰ ਸਕਦਾ ਹੈ, ਰਾਈਟ। ਜਸਪਾਲ ਜੀ ਤੁਸੀਂ ਉੱਥੇ ਪਿੰਡਾਂ ਦੀ ਗੱਲ ਕੀਤੀ ਜੋ ਤੁਹਾਡੀ ਆਪਣੀ ਬੈਕਗਰਾਊਂਡ ਸੀਗੀ। ਆਈ ਹੈਵ ਟੂ ਆਸਕ, ਜੋ ਐਜੂਕੇਸ਼ਨ ਜਿਸ ਤਰ੍ਹਾਂ ਤੁਸੀਂ ਕਿ ਯੂ ਆਰ ਲੱਕੀ ਇਨਫ ਟੂ ਰਿਸੀਵ ਦੈਟ, ਤੁਹਾਡੇ ਪੇਰੈਂਟਸ ਦੇ ਕੋਲ ਫੈਸਿਲਿਟੀ ਸੀਗੀ, ਉਹ ਪਿੰਡ ਤੋਂ ਸ਼ਹਿਰ ਤੱਕ ਮਾਈਗ੍ਰੇਟ ਹੋ ਸਕੇ। ਜਿਨ ਬੱਚਿਆਂ ਦੇ ਕੋਲ ਉਹ ਫੈਸਿਲਿਟੀ ਨਹੀਂ ਹੈਗੀ, ਜੋ ਪਿੰਡਾਂ ਦੇ ਵਿੱਚ ਹਲੇ ਵੀ ਹੈਗੇ, ਜਦੋਂ ਉੱਥੇ ਇੱਕ ਸਕੂਲ ਇੱਦਾਂ ਦਾ ਆਉਂਦਾ ਹੈ, ਸਮਥਿੰਗ that is ਉਹਨਾਂ ਦੇ ਕੋਲ ਪਹਿਲੇ ਨਹੀਂ ਸੀਗਾ। ਬੜੂ ਸਾਹਿਬ ਨੇ ਜਿਸ ਤਰ੍ਹਾਂ ਇੰਨੀ hundreds of schools ਪਿੰਡਾਂ ਦੇ ਵਿੱਚ ਲਾਏ, what kind of a difference does it make ਉਸ ਪਿੰਡ ਦੇ ਵਿੱਚ, ਉਸ ਬੱਚੇ ਲਈ, ਉਹਨਾਂ ਦੇ ਪਰਿਵਾਰਾਂ ਲਈ, ਉਸ ਪੂਰੀ ਕਮਿਊਨਿਟੀ ਲਈ ਕਿਸ ਤਰ੍ਹਾਂ ਦਾ ਫਰਕ ਪੈਂਦਾ ਜਦੋਂ ਇੱਕ ਸਕੂਲ ਉਸ ਪਿੰਡ ਵਿੱਚ ਪਾਇਆ ਜਾਂਦਾ ਹੈ? ਅਸ਼ਮਿਤਾ ਜੀ, ਜਿਸ ਤਰ੍ਹਾਂ ਪਹਿਲਾਂ ਕਹਿਣਾ, ਇਸ ਚੀਜ਼ ਨੂੰ ਐਕਸਪਲੇਨ ਕਰਨਾ ਤਾਂ ਵਰਡ ਦੇ ਵਿੱਚ ਬਹੁਤ ਮੁਸ਼ਕਲ ਹੈ, ਪਰ ਜਿਹੜਾ ਨੇ ਐਕਸਪੀਰੀਅੰਸ ਕੀਤਾ ਉਹੀ ਇਸ ਚੀਜ਼ ਦੀ ਰਿਅਲਾਈਜੇਸ਼ਨ ਕਰ ਸਕਦੇ ਨੇ। ਮੈਂ ਤੁਹਾਨੂੰ ਦੱਸਦਾ ਕਿ ਮੈਂ 10ਵੀਂ ਕਰਕੇ ਮੈਂ DAV ਕਾਲਜ ਚੰਡੀਗੜ੍ਹ ਪੜ੍ਹਨਾ ਸ਼ੁਰੂ ਕੀਤਾ 11th ਗ੍ਰੇਡ ਦੇ ਵਿੱਚ, ਪਰ ਮੈਨੂੰ 1 ਮਹੀਨਾ ਟੀਚਰ, ਕਿਉਂਕਿ ਉੱਥੇ ਇੰਗਲਿਸ਼ ਮੀਡੀਅਮ ਸ਼ੁਰੂ ਹੋ ਗਿਆ, ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਦੇ ਸੀ। 1 ਮਹੀਨਾ ਅਸ਼ਮਿਤਾ ਜੀ ਮੈਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਇਹ ਕਹਿ ਕੀ ਰਹੇ ਨੇ, ਗੱਲਾਂ ਕੀ ਕਰ। ਮਹੀਨੇ ਬਾਅਦ ਮੈਨੂੰ ਥੋੜੀ ਸਮਝ ਲੱਗਣੀ ਸ਼ੁਰੂ ਹੋਈ। ਸੋ ਮਤਲਬ ਕਿ ਤੁਸੀਂ ਇਹ ਇਮੇਜਿਨ ਕਰ ਸਕਦੇ ਆ ਵੀ ਅੱਜ ਪਿੰਡ ਦਾ ਬੱਚਾ ਪਹਿਲੀ ਕਲਾਸ ਤੋਂ ਇੰਗਲਿਸ਼ ਮੀਡੀਅਮ ਦੇ ਵਿੱਚ, ਹਾਲਾਂਕਿ ਪੰਜਾਬੀ ਦੇ ਉੱਤੇ ਵੀ ਉੱਥੇ ਬੜੂ ਸਾਹਿਬ ਦੇ ਸਕੂਲਾਂ ਦੇ ਵਿੱਚ ਬਹੁਤ ਜ਼ੋਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਗੁਰਬਾਣੀ ਸਿਖਾਈ ਜਾਂਦੀ ਹੈ। ਹਰ ਇੱਕ ਬੱਚਾ ਜਿਹੜਾ ਉੱਥੇ 12ਵੀਂ 10ਵੀਂ 12ਵੀਂ ਕਰਕੇ ਨਿਕਲਦਾ ਉਹਨੂੰ ਸਹਿਜ ਪਾਠ ਤੱਕ ਕਰਾਇਆ ਜਾਂਦਾ, ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ, ਉਹਨੂੰ ਤਬਲਾ ਸਿਖਾਇਆ ਜਾਂਦਾ। ਉਹ ਸਾਰੇ ਸੋਰਸਸ ਵੀ ਦਿੱਤੇ ਜਾਂਦੇ ਨੇ, ਪੰਜਾਬੀ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ। ਪਰ ਕੈਨ ਯੂ ਇਮੇਜਿਨ ਕਿ ਪਿੰਡ ਦਾ ਬੱਚਾ ਉਹਨੂੰ ਇੰਗਲਿਸ਼ ਦੇ ਵਿੱਚ ਇੰਨਾ ਫਲੂਐਂਟ ਕਰ ਦਿੱਤਾ ਜਾਵੇ, ਉਹਦੀ ਪ੍ਰੋਨਾਂਸੀਏਸ਼ਨ ਇੰਨੀ ਠੀਕ ਕਰ ਦਿੱਤੀ ਜਾਵੇ ਕਿ ਉਹਨਾਂ ਦੇ ਸਕੂਲਸ ਦੇ ਵਿੱਚ ਲੈਬਸ ਕ੍ਰੀਏਟ ਕੀਤੀਆਂ ਨੇ ਬੜੂ ਸਾਹਿਬ ਨੇ ਆਪਣੇ। ਹਰ ਇੱਕ ਸਕੂਲ ਦੇ ਵਿੱਚ ਇੰਗਲਿਸ਼ ਲੈਬ ਹੈ ਉਹਨਾਂ ਦੀ ਪ੍ਰੋਨਾਂਸੀਏਸ਼ਨ ਠੀਕ ਕਰਨ ਵਾਸਤੇ। ਸਾਡੇ ਵਰਗਿਆਂ ਦੀ ਅਜੇ ਤੱਕ ਨਹੀਂ ਠੀਕ ਹੋਈ, ਕਿਉਂਕਿ ਅਸੀਂ ਵੁੱਡ ਨੈਵਰ ਗਾਟ ਦੈਟ ਕਾਈਂਡ ਆਫ ਅਪਰਚੂਨਿਟੀ। ਪਰ ਉਹਨਾਂ ਦੀ ਇੰਗਲਿਸ਼ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਵੀ ਯਾਰ ਇਹ ਪਿੰਡ ਦੇ ਬੱਚੇ ਨੇ। ਵਾਓ। ਸੋ ਇਟ ਇਜ਼ ਵੈਰੀ ਅਮੇਜ਼ਿੰਗ ਜੀ ਵੀ ਜੋ ਉਹਨਾਂ ਨੂੰ ਬੈਨੀਫਿਟਸ ਮਤਲਬ ਕਿ ਮਿਲ ਰਹੇ ਨੇ, ਇਹ ਤਾਂ ਤੁਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ। ਤਾਂ ਮੈਂ ਕਹਿੰਦਾ ਇਸ ਤੋਂ ਵੱਡਾ ਪਰਉਪਕਾਰ ਹੀ ਕੋਈ ਨਹੀਂ ਹੈਗਾ ਵੀ ਜਿਹੜਾ ਪਿੰਡਾਂ ਦੇ ਬੱਚਿਆਂ ਨੂੰ ਇਸ ਤਰੀਕੇ ਦੀ ਫੈਸਿਲਿਟੀਜ਼ ਜਿਹੜੀਆਂ ਬੜੂ ਸਾਹਿਬ ਨੇ ਕ੍ਰੀਏਟ ਕਰਤੀਆਂ। ਕੌਣ ਬੰਦਾ ਜਿਹੜਾ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਪੜ੍ਹਾਉਣ ਵਾਸਤੇ ਭੇਜ ਸਕਦਾ? ਉਹ ਤਾਂ ਵਿਚਾਰੇ ਗਿਵ ਅਪ ਕਰ ਦਿੰਦੇ ਨੇ, 5ਵੀਂ ਕਰਾ ਲਈ, ਉਸ ਤੋਂ ਬਾਅਦ ਉਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਚਲੋ ਘਰ ਦਾ ਕੰਮ ਕਰ ਲਓ, ਖੇਤੀਬਾੜੀ ਦਾ ਕੰਮ ਕਰ ਲਓ। 10ਵੀਂ ਤਾਂ ਕੋਈ ਕਰਦਾ ਸੀਗਾ ਜੀ, ਠੀਕ ਹੈ ਨਾ ਜੀ। ਤੇ ਹੁਣ ਜਿਹੜੀ ਉਹਨਾਂ ਨੂੰ ਫੈਸਿਲਿਟੀ ਪਿੰਡ ਦੇ ਵਿੱਚ ਆਪਦੇ ਘਰ ਦੇ ਵਿੱਚ ਮਿਲ ਰਹੀ ਹੈ, ਬੱਚੇ ਨੇ ਜਾਂ ਉੱਥੇ 8 ਇੱਕ ਪਿੰਡ ਦੇ ਵਿੱਚ ਅਕੈਡਮੀ ਖੁੱਲ੍ਹੀ ਹੈ ਅਸ਼ਮਿਤਾ ਜੀ, ਇੱਕ ਪਿੰਡ ਨੂੰ ਨਹੀਂ ਫੈਸਿਲਿਟੀ ਮਿਲਦੀ, ਆਸੇ ਪਾਸੇ ਘੱਟੋ ਘੱਟ 40-50 ਪਿੰਡਾਂ ਨੂੰ। ਬਿਲਕੁਲ ਬਿਲਕੁਲ ਬੱਸਾਂ ਦੇ ਉੱਤੇ ਆ ਕੇ ਬੱਚੇ ਮਤਲਬ ਉੱਥੇ ਪੜ੍ਹਾਈ ਕਰਦੇ ਨੇ। ਇਟ ਇਜ਼ ਜਸਟ ਅਮੇਜ਼ਿੰਗ ਮਤਲਬ। ਐਂਡ ਅਸੀਂ ਇਸ ਚੀਜ਼ ਨੂੰ ਡਿਸਕਸ ਕੀਤਾ ਹੋਇਆ ਪਹਿਲੇ, ਬਟ ਆਈ ਥਿੰਕ ਦਿਸ ਇਜ਼ ਵਨ ਆਫ ਮਾਈ ਫੇਵਰਟ ਥਿੰਗਸ ਇਨ ਪ੍ਰੋਗਰਾਮਸ ਦੇ ਵਿੱਚ ਜੋ ਗੱਲ ਇੱਕ ਨਿਕਲ ਕੇ ਬਾਰ-ਬਾਰ ਆਉਂਦੀ ਹੈ ਕਿ ਜਦੋਂ ਇਨ ਬੱਚਿਆਂ ਨੂੰ, ਜਿਨ੍ਹਾਂ ਦੀ ਬੈਕਗਰਾਊਂਡ ਕੁਛ ਵੀ ਹੋ ਸਕਦੀ ਹੈ, ਉਹ ਕਿਸੇ ਵੀ ਘਰੋਂ ਆ ਸਕਦੇ ਹੈ, ਦੇ ਕਮ ਐਂਡ ਦੇ ਜੁਆਇਨ, ਐਂਡ ਜੋ ਉਹਨਾਂ ਨੂੰ ਸਿੱਖਿਆ ਮਿਲਦੀ ਹੈ ਉਹ ਵਾਪਸ ਉਸ ਸਿੱਖਿਆ ਨੂੰ ਲੈ ਕੇ ਜਾਂਦੇ, ਆਪਣੇ ਮਾਂ-ਪਿਓ ਨੂੰ ਅੱਗੇ ਸਿਖਾਉਂਦੇ ਹੈ। ਇੱਦਾਂ ਦੀ ਵੀ ਮੈਂ ਸਟੋਰੀਜ਼, ਮੈਨੂੰ ਪਤਾ ਤੁਸੀਂ ਸਾਡੇ ਨਾਲ ਸ਼ੇਅਰ ਕੀਤੀਆਂ, ਤੁਹਾਡੀ ਟੀਮ ਨੇ ਵੀ ਸ਼ੇਅਰ ਕੀਤੀਆਂ
ਦੀਆਂ ਕਿ ਕੁਝ ਬੱਚਿਆਂ ਦੀ ਇਦਾਂ ਦੀ ਸਟੋਰੀ ਸੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਫਾਦਰ ਜ਼ਿਆਦਾ ਸ਼ਰਾਬ ਪੀਂਦੇ ਸੀ ਜਾਂ ਕੰਮ ਨਹੀਂ ਕਰਦੇ ਸੀ ਜਾਂ ਦਿਸ ਦੈਟ ਐਂਡ ਉਹਨਾਂ ਨੇ ਉਨ ਬੱਚਿਆਂ ਨੇ ਸਿੱਖੀ ਨੂੰ ਆਪਣੇ ਮਾਪਿਓ ਤੱਕ ਪਹੁੰਚਾਇਆ fathers ਨੂੰ ਸ਼ਰਾਬ ਤੋਂ ਛਡਾਇਆ and they converted basically they brought them into a better place ਕਿੰਨੀ ਵਧੀਆ ਇਹ ਚੀਜ਼ ਹੈ ਕਿ ਜਦੋਂ ਤੁਸੀਂ ਇੱਕ ਨਿੱਕੇ ਜਿਹੇ ਬੱਚੇ ਨੂੰ ਕੁਝ ਸਿਖਾ ਦਿੰਦੇ ਹੋ ਉਹ ਅੱਗੇ ਕਿੰਨਿਆਂ ਨੂੰ ਸਿਖਾ ਸਕਦਾ ਹੈ starting with his own parents. It's such a wonderful thought. So ਕੋਈ ਵੀ ਸਿੱਖਿਆ ਕੋਈ ਵੀ ਗਿਆਨ ਇੱਕ ਪ੍ਰੋਪਰ ਇਨਵਾਇਰਨਮੈਂਟ ਤੋਂ ਬਗੈਰ ਨਹੀਂ ਤੁਸੀਂ ਦੇ ਸਕਦੇ ਇਨਵਾਇਰਨਮੈਂਟ ਇਜ਼ ਸੋ ਇੰਪੋਰਟੈਂਟ ਐਂਡ ਜਿੱਥੇ ਇਨਵਾਇਰਨਮੈਂਟ ਦੀ ਗੱਲ ਆਉਂਦੀ ਹੈ ਭਾਵੇਂ ਉਹ ਪਿੰਡਾਂ ਦੇ ਵਿੱਚ ਸਕੂਲਸ ਹੋਣ ਇੱਕ ਕਲਾਸਰੂਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਸੰਗਤ ਦਾ ਕੀ ਰੋਲ ਰਿਹਾ ਹੈ ਤੇ ਕੀ ਇਸ ਵੇਲੇ ਲੋੜ ਹੈਗੀ ਉਹਦੀ ਮੈਂ ਗੱਲ ਕਰਨਾ ਚਾਹੁੰਦੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਸਾਰਿਆਂ ਨੂੰ ਬੇਨਤੀ ਹੈ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵਿਊਅਰਸ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਦੇ ਨਾਲ ਗੱਲ ਹੋ ਰਹੀ ਹੈ ਵੱਖ-ਵੱਖ ਅਕੰਪਲਿਸ਼ਮੈਂਟਸ ਕਿਸ ਤਰ੍ਹਾਂ ਪਿਛਲੇ 1.5-2 ਸਾਲਾਂ ਤੋਂ ਇਸ ਸੰਸਥਾ ਨੇ ਜਿੱਥੇ ਪੂਰੀ ਦੁਨੀਆ ਦਾ ਕੰਮ ਰੁਕਿਆ ਬੜੂ ਸਾਹਿਬ ਨੇ ਆਪਣਾ ਕੰਮ ਨਹੀਂ ਛੋੜਿਆ ਐਂਡ ਆਫ ਕੋਰਸ ਕੋਈ ਵੀ ਜਦੋਂ ਇੰਨੇ ਵੱਡੇ ਲੈਵਲ ਤੇ ਤੁਸੀਂ ਬੇੜਾ ਚੁੱਕਦੇ ਹੋ ਤੇ ਉਹ ਸੰਗਤ ਦੇ ਬਗੈਰ ਉਹ ਟੀਮ ਦੇ ਬਗੈਰ ਨਹੀਂ ਅਕੰਪਲਿਸ਼ ਹੋ ਸਕਦਾ ਬੜੂ ਸਾਹਿਬ ਦੀ ਟੀਮ ਮੈਂਬਰਸ ਸੇਵਾਦਾਰ ਕੁਝ ਸਾਡੇ ਨਾਲ ਅੱਜ ਜੁੜੇ ਹਨ ਇੱਕ ਵਾਰੀ ਫਿਰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਅੱਜ ਸਾਡੀ ਗੱਲ ਹੋ ਰਹੀ ਹੈ ਇਟਸ ਲਾਈਕ ਅ ਰੀਕੈਪ ਰਾਈਟ ਬਿਕਾਜ਼ ਕੁਝ ਮਹੀਨਿਆਂ ਬਾਅਦ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ ਇਟਸ ਸੋ ਗੁੱਡ ਟੂ ਹੈਵ ਐਵਰੀਵਨ ਬੈਕ ਐਂਡ ਇਸ ਸੰਸਥਾ ਦੇ ਜੋ ਵੱਖ ਮੈਂ ਕਹਾਂਗੀ accomplishments achievements ਹੈਗੀਆਂ ਉਹਨਾਂ ਨੂੰ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ the big one I have to say this ਬਾਰ-ਬਾਰ ਮੈਨੂੰ ਕਹਿਣ ਦੀ ਇੱਥੇ ਜ਼ਰੂਰ ਲੋੜ ਹੈਗੀ 70 ਕਰੋੜ ਤੋਂ 40 ਕਰੋੜ ਇਸ ਵੇਲੇ ਇਸ ਡੈਟ ਨੂੰ ਤੁਸੀਂ ਕਹਿ ਲਓ ਪੇ ਬੈਕ ਕੀਤਾ ਗਿਆ ਜੋ ਕਿ ਸੰਸਥਾ ਦੇ ਉੱਤੇ ਹੈਗੀ ਬਟ ਡੈਟ ਇੱਕ ਨੈਗੇਟਿਵ ਵਰਡ ਹੋ ਜਾਂਦਾ ਹੈ ਇਸ ਸੰਸਥਾ ਨੇ ਆਪਣੇ ਫਾਈਨੈਂਸਿਸ ਨੂੰ ਇੰਨੀ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੈ ਫਾਈਨੈਂਸ਼ੀਅਲੀ ਸੈਵੀ ਰਾਈਟ ਵਿਚ ਇਜ਼ ਸਮਟਾਈਮਸ ਨਾਨ ਪ੍ਰੋਫਿਟਸ ਦੇ ਵਿੱਚ ਇਸ ਤਰ੍ਹਾਂ ਦੀ ਫਾਈਨੈਂਸ਼ੀਅਲ ਐਕਿਊਮਨ ਨਹੀਂ ਵੇਖਣ ਨੂੰ ਮਿਲਦਾ ਈਵਨ ਦਿਸ ਡੈਟ ਹੈਜ਼ ਹੈਲਪਡ ਇਸ ਸੰਸਥਾ ਨੂੰ ਮਦਦ ਕੀਤੀ ਹੈ ਕਿ ਇੰਨੇ ਸਕੂਲਸ ਇੰਨੇ ਅਕੈਡਮੀਜ਼ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਡੀ ਐਡਿਕਸ਼ਨ ਸੈਂਟਰਸ ਆਨਲਾਈਨ ਐਜੂਕੇਸ਼ਨ ਪਲੈਟਫਾਰਮਸ ਯੂ ਨੇਮ ਇਟ ਮੁਕਤਾ ਜੀ ਤੁਹਾਨੂੰ ਪਤਾ ਹੈ ਜਦੋਂ ਮੈਂ ਉੱਥੇ ਹਿਮਾਚਲ ਵਿੱਚ ਸੀਗੀ ਵਿਜ਼ਿਟ ਕਰ ਰਹੀ ਸੀ ਯੂਨੀਵਰਸਿਟੀ ਦੇ ਕੈਂਪਸ ਨੂੰ ਮੈਨੂੰ ਤਾਂ ਹੈਰਾਨੀ ਹੋਈ ਕਿ ਭਾਵੇਂ ਅਸੀਂ ਗੱਲ ਸਿਰਫ ਕਰਦੇ ਹਾਂ ਮੋਸਟਲੀ ਐਜੂਕੇਸ਼ਨ ਦੀ ਜਾਂ ਡੀ ਐਡਿਕਸ਼ਨ ਦੀ ਜਾਂ ਇਹੋ ਜਿਹੇ ਪ੍ਰੋਗਰਾਮਸ ਦੀ ਕੈਂਪਸ ਤੇ ਮੈਂ ਆਪ ਅੱਖੋਂ ਵੇਖਿਆ there is so many things that this ਸੰਸਥਾ is doing ਜਿਨ੍ਹਾਂ ਦੀ ਤਾਂ ਗੱਲ ਹੀ ਨਹੀਂ ਅਸੀਂ ਕਰ ਪਾ ਰਹੇ ਜਿੱਥੇ ਇਨਵਾਇਰਨਮੈਂਟ ਦੀ ਗੱਲ ਆਉਂਦੀ ਹੈ ਲੋਕਲ ਕਮਿਊਨਿਟੀਜ਼ ਨੂੰ ਸਪੋਰਟ ਕਰਨ ਦੀ women empowerment ਦੀ ਗੱਲ ਆਉਂਦੀ ਹੈ there's so much to discuss but let's come back to education because ਅੱਜ ਅਸੀਂ ਐਜੂਕੇਸ਼ਨ ਦੇ ਨਾਲ ਸ਼ੁਰੂ ਕਰ ਰਹੇ ਹਾਂ ਜੋ ਕਿ ਮੈਂ ਕਹਾਂਗੀ ਕੋਰ ਹੈ ਦਿਲ ਹੈਗਾ ਇਸ ਸੰਸਥਾ ਦਾ ਮੁਕਤਾ ਜੀ ਬ੍ਰੇਕ ਤੋਂ ਪਹਿਲੇ ਅਸੀਂ ਕੁਝ ਵੀਡੀਓਜ਼ ਵੀ ਦਿਖਾਈਆਂ ਵਿਊਅਰਸ ਨੂੰ ਕਿ ਕਿਸ ਤਰ੍ਹਾਂ ਆਨਲਾਈਨ ਐਜੂਕੇਸ਼ਨ ਪਲੈਟਫਾਰਮ ਸੈਟਅਪ ਹੋ ਰਿਹਾ ਬਟ ਮੋਰ ਇੰਪੋਰਟੈਂਟਲੀ ਜਸਪਾਲ ਜੀ ਸਾਨੂੰ ਦੱਸ ਰਹੇ ਸੀ ਕਿ ਇੱਕ ਪਿੰਡ ਦੇ ਵਿੱਚ ਇੱਕ ਸਕੂਲ ਨੂੰ ਪਾਣਾ ਕਿੰਨਾ ਕੁ ਵੱਡਾ ਇੰਪੈਕਟ ਲੈ ਕੇ ਆ ਸਕਦਾ ਹੈ ਨਾ ਕਿ ਉਹਨਾਂ ਬੱਚਿਆਂ ਲਈ ਉਹਨਾਂ ਦੇ ਪਰਿਵਾਰਾਂ ਲਈ ਹੋਰ ਨੇਬਰਿੰਗ ਪਿੰਡਾਂ ਲਈ ਰਾਈਟ but it's all about environment ਮੁਕਤਾ ਜੀ in schools ਨੂੰ ਇਸ ਸੇਵਾ ਨੂੰ ਕਰਨ ਲਈ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਤੁਸੀਂ ਸੰਗਤ ਦੇ ਨਾਲ ਬਹੁਤ ਕਲੋਜ਼ਲੀ ਕੰਮ ਕਰਦੇ ਹੋ ਵਰਤਦੇ ਹੋ ਲਗਾਤਾਰ ਉਹਨਾਂ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਸੰਗਤ ਨੂੰ ਤੁਸੀਂ ਇਸ ਕਲਾਸਰੂਮ ਜਾਂ ਇਨ ਸਕੂਲਾਂ ਦੀ ਸੇਵਾ ਬਾਰੇ ਕੀ ਸਾਨੂੰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੇ मैं सारी संगत ਨੂੰ ਕਹਿਣਾ ਚਾਹਾਂਗੀ ਕਿ ਅਸ਼ਮਿਤਾ ਜੀ ਲਾਈਕ ਪਿਛਲੇ ਵੀਕ 3-4 ਕਾਲਸ ਸੰਗਤ ਦੀਆਂ ਹੀ ਆਈਆਂ ਸਪੈਸ਼ਲੀ ਕੈਲੀਫੋਰਨੀਆ ਤੋਂ ਕਿ ਤੁਹਾਡੇ ਪ੍ਰੋਗਰਾਮ ਨਹੀਂ ਸ਼ੁਰੂ ਹੋਏ ਕਿੱਥੇ ਗਾਇਬ ਹੋ ਗਏ ਹੋ ਤੇ ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹਾਂਗੀ ਕਿ ਵੀ ਆਰ ਬੈਕ ਤੇ ਕਿ ਨਾਮੇ ਅਸੀਂ ਗਾਇਬ ਨਹੀਂ ਹੋਏ ਕੋਵਿਡ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਆਈਆਂ ਟਰੈਵਲਿੰਗ ਦੇ ਵਿੱਚ ਜਿਹਦੇ ਕਰਕੇ ਨਹੀਂ ਟਰੈਵਲ ਹੋ ਪਾਇਆ ਤੇ 1-to-1 ਅਸੀਂ ਜਾ ਕੇ ਸੰਗਤ ਨੂੰ ਨਹੀਂ ਮਿਲ ਪਾਏ ਬਟ ਥੈਂਕ ਯੂ ਸੋ ਮਚ ਤੁਹਾਡੇ ਚੈਨਲ ਦਾ ਕਿ ਜਿਨ੍ਹਾਂ ਨੇ ਸਾਡਾ ਕਨੈਕਸ਼ਨ ਸੰਗਤ ਦੇ ਨਾਲ ਨਹੀਂ ਟੁੱਟਣ ਦਿੱਤਾ ਤੇ ਹੁਣੇ ਜਿਵੇਂ ਰੂਬੀ ਵੀਰ ਜੀ ਨੇ ਦੱਸਿਆ ਕਿ ਪਿਛਲਾ ਸਾਲ ਆਲਮੋਸਟ 1.5 ਸਾਲ
ਕਿ ਕਿਸ ਤਰ੍ਹਾਂ ਸੰਗਤ ਦੀ ਸਪੋਰਟ ਦੇ ਨਾਲ ਸੰਸਥਾ ਮੈਨੇਜ ਕਰ ਪਾਈ, ਜਿਹੜੇ ਕਿ ਐਜੂਕੇਸ਼ਨ ਦੇ ਬਿੱਲ ਸੀ, ਤਨਖਾਹਾਂ, ਟੀਚਰ ਦੀਆਂ ਸੈਲਰੀਜ਼ ਸੀਗੀਆਂ, ਤੇ ਇੰਨਾ ਪਲਾਨਡ ਸਾਰਾ ਕੁਝ ਮੈਨੇਜ ਹੋਇਆ ਹੈ। ਤੇ ਜਿਵੇਂ ਜਸਪਾਲ ਵੀਰ ਜੀ ਦੱਸ ਰਹੇ ਨੇ ਕਿ ਇੱਕ ਸਕੂਲ ਦੀ ਵੈਲਿਊ ਇੱਕ ਪਿੰਡ ਦੇ ਵਿੱਚ, ਰਾਈਟ, ਉਹ ਬਿਲਕੁਲ ਠੀਕ ਹੈਗੀ ਹੈ ਕਿ ਅਸਲੀ ਜਿਹੜਾ ਆਪਣਾ ਪੰਜਾਬ ਹੈ ਉਹ ਪਿੰਡਾਂ ਵਿੱਚ ਹੀ ਵਸਦਾ ਹੈ। ਜਿਹੜੇ ਸ਼ਹਿਰਾਂ ਦੇ ਵਿੱਚ ਨੇ ਸ਼ਮਿਤਾ ਜੀ, ਬੱਚੇ ਜਿਹੜੇ ਕਿ ਐਜੂਕੇਸ਼ਨ ਪੂਰੀ ਲੈ ਲੈਂਦੇ ਨੇ, ਕੋਰਸਿਸ ਹੈਗੇ ਨੇ, ਬਟ ਪਿੰਡਾਂ ਦੇ ਵਿੱਚ ਨਹੀਂ ਹੈਗੇ ਸੀ। ਹੋਰ ਅਗਰ ਇਹ 129 ਸਕੂਲ ਅਗਰ ਨਾ ਖੁੱਲਦੇ ਤੇ ਅਸੀਂ ਸੋਚ ਸਕਦੇ ਹਾਂ ਕਿ ਇਹ 70,000 ਬੱਚਿਆਂ ਦਾ ਫਿਊਚਰ ਕੀ ਹੋਣਾ ਸੀਗਾ, ਲਾਈਕ ਆਪਾਂ ਨੂੰ ਨਹੀਂ ਪਤਾ, ਰਾਈਟ। ਸੋ ਪਿੱਛੇ ਆਪਣੀ ਮੀਟਿੰਗ ਹੋਈ ਇੰਡੀਆ ਦੇ ਵਿੱਚ, ਕਾਕਾ ਵੀਰ ਜੀ, ਰੂਬੀ ਵੀਰ ਜੀ, ਜਸਪਾਲ ਵੀਰ ਜੀ, ਸੋ ਪਤਾ ਚੱਲਿਆ ਕਿ 40 ਸਕੂਲ, ਮੋਰ ਦੈਨ 40 ਸਕੂਲਸ ਜਿਹੜੇ ਕਿ ਅਪਗ੍ਰੇਡ ਹੋਏ ਨੇ। ਆਪਣਾ ਕੀ ਪ੍ਰੋਗਰਾਮ ਹੈਗਾ ਕਿ ਜਿਵੇਂ ਆਪਣਾ ਕੋਲ ਲੈਂਡ ਆਂਦੀ ਹੈ, ਰਾਈਟ, ਸੰਗਤ ਡੋਨੇਟ ਕਰਦੀ ਹੈ ਜਾਂ ਟਰਸਟ ਬਾਏ ਕਰਦੀ ਹੈ ਜਿੱਥੇ ਸਕੂਲ ਖੋਲਣਾ ਹੁੰਦਾ ਹੈ, ਤੇ ਅਸੀਂ ਉਹਦੇ ਵਿੱਚ 5-6 ਕਮਰੇ ਪਾ ਕੇ ਜਿੰਨੀ ਕੁ ਸਿਟੀ ਦੀ ਸਟੇਟ ਦੀ ਰਿਕੁਆਇਰਮੈਂਟ ਹੁੰਦੀ ਹੈ ਤੇ ਸਕੂਲ ਸ਼ੁਰੂ ਹੋ ਜਾਂਦਾ ਹੈ ਫਰਮ ਕਿੰਡਰਗਾਰਟਨ ਤੋਂ। ਫਿਰ ਹਰ ਸਾਲ ਜਿਹੜਾ ਹੈ ਕਿ ਰੂਮਸ ਜਿਹੜੇ ਕਿ ਬੰਦੇ ਜਾਂਦੇ ਨੇ, ਸਕੂਲ ਅਪਗ੍ਰੇਡ ਹੁੰਦੇ ਜਾਂਦੇ ਨੇ। ਸੋ ਮਿਡਲ ਸਕੂਲ, ਲਾਈਕ ਆਪਣੇ ਕੀ ਨਾਮ ਹੈ, ਜਿਹੜਾ ਕਿ ਪ੍ਰਾਇਮਰੀ ਸਕੂਲ ਤੋਂ ਕਾਫੀ ਸਕੂਲ ਜਿਹੜੇ ਮਿਡਲ ਦੇ ਵਿੱਚ ਅਪਗ੍ਰੇਡ ਹੋਏ, ਮਿਡਲ ਤੋਂ ਸੀਨੀਅਰ ਦੇ ਵਿੱਚ ਅਪਗ੍ਰੇਡ ਹੋਏ। ਤੋ ਸਾਡਾ ਪਿਛਲੇ 1.5-2 ਸਾਲ ਤੋਂ ਕਾਫੀ ਜ਼ਿਆਦਾ ਕੰਸਟਰਕਸ਼ਨ ਰੁਕੀ ਪਈ ਸੀਗੀ। ਇੱਕ ਤੇ ਲੋਨ ਦਾ ਬਹੁਤ ਵੱਡਾ ਸੰਸਥਾ ਦੇ ਉੱਤੇ ਜਿਹੜਾ ਹੈ ਕਿ ਭਾਰ ਸੀਗਾ ਕਿ ਪੂਰੀ ਤਾਕਤ ਸੀ ਕਿ ਲੋਨ ਥੱਲੇ ਪਹਿਲੇ ਆਵੇ, ਰਾਈਟ। ਉਹਦੇ ਕਰਕੇ ਸਾਡੇ ਸਕੂਲਸ ਦੇ ਪੇਂਟ, ਲਾਈਕ ਕਲੀਆਂ ਜਿਹੜੀਆਂ ਨੇ, ਜਦੋਂ ਦਾ ਗੁਰੂ ਕਾਸ਼ੀ ਦਾ ਪ੍ਰੋਜੈਕਟ ਸ਼ੁਰੂ ਹੋਇਆ, ਬਾਬਾ ਜੀ ਦੀ ਪ੍ਰਾਇੋਰਟੀ ਸਿਰਫ ਗੁਰੂ ਕਾਸ਼ੀ ਉਸ ਟਾਈਮ ਬਣ ਗਈ ਕਿ ਇਹ ਯੂਨੀਵਰਸਿਟੀ ਆਪਾਂ ਬਣਾਣੀ ਹੈ। ਔਰ ਸਾਰੀ ਸੰਗਤ ਨੇ ਇੰਨਾ ਜ਼ਿਆਦਾ ਸਪੋਰਟ ਕਰਕੇ ਉਹ ਯੂਨੀਵਰਸਿਟੀ ਬਣ ਕੇ ਸ਼ੁਰੂ ਵੀ ਹੋ ਗਈ। ਤੇ ਮੈਂ ਦੱਸਣਾ ਚਾਹਾਂਗੀ ਕਿ ਲਾਸਟ ਵੀਕ ਕੀ ਨਾਮ ਹੈ, ਪਤਾ ਚੱਲਿਆ ਕਿ ਉਸ ਯੂਨੀਵਰਸਿਟੀ ਜਿਹੜਾ IIS ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ ਸੀ, ਉਹਦੇ ਵਿੱਚੋਂ ਇੱਕ ਸੁਮਨਦੀਪ ਸਿੰਘ ਮੁੰਡਾ ਵੀ ਜਿਹੜਾ ਹੈ ਕਿ ਸਿਲੈਕਟ ਹੋਇਆ ਵਿਦ 32 ਨੰਬਰ ਰੈਂਕ, ਤੇ ਉਹ ਰੂਬੀ ਵੀਰ ਜੀ ਡਿਟੇਲ ਚ ਦੱਸਣਗੇ ਜੀ। ਸੋ ਯੂਨੀਵਰਸਿਟੀ ਦੇ ਦਰਮਿਆਨ, ਉਸ ਕੰਸਟਰਕਸ਼ਨ ਦੇ ਦਰਮਿਆਨ ਜਾਂ ਸਕੂਲਨ ਤੱਕ ਕਾਫੀ ਕੰਮ ਜਿਹੜਾ ਰੁਕ ਗਿਆ ਸੀ। ਇਵਨ ਕਿ ਪਿਛਲੇ 7-8 ਸਾਲ ਹੋ ਗਏ, 9 ਸਾਲ, ਜਿਵੇਂ ਕਿ ਪੇਂਟ ਹੁੰਦਾ ਹੈ, ਸਾਰਾ ਕਲੀਆਂ ਹੁੰਦੀਆਂ, ਉਹ ਵੀ ਰੁਕ ਗਿਆ ਸੀਗਾ, ਹਨਾ। ਤੇ ਕਮਰੇ ਹੋਰ ਬਣਨੇ ਸੀਗੇ, ਉਹ ਵੀ ਰੁਕ ਗਏ ਸੀਗੇ। ਬਟ ਲਾਸਟ ਈਅਰ ਜਿਹੜਾ ਕਿ ਹੋਇਆ ਕਿ ਸਕੂਲ ਦੀ ਅਪਗ੍ਰੇਡ ਜਿਹੜਾ ਕਰਨਾ ਹੈਗਾ ਵੇ, ਕਿਉਂਕਿ ਜਿਹੜੇ ਕਿ CBSE ਬੋਰਡ ਦੀ ਜਿਹੜੀ ਐਫੀਲੀਏਸ਼ਨਸ ਹੋਈਆਂ 8th ਗ੍ਰੇਡ ਤੋਂ ਬਾਅਦ ਜਿਹੜੇ ਸਕੂਲ ਅਪਗ੍ਰੇਡ ਹੋਏ, 9th ਵਿੱਚ ਕਲਾਸਰੂਮ ਗਏ, 10th ਵਿੱਚ ਕਲਾਸਰੂਮ ਗਏ। ਸੋ ਅਸੀਂ ਬੇਨਤੀ ਕੀਤੀ ਕਾਕਾ ਵੀਰ ਜੀ ਨੂੰ ਕਿ ਸਾਨੂੰ ਤੁਸੀਂ USA ਨੂੰ ਜਿਹੜਾ ਕਿ 100 ਕਮਰਿਆਂ ਦੀ ਸੇਵਾ ਸਾਨੂੰ ਤੁਸੀਂ ਦੇ ਦਿਓ ਤੇ ਤੁਸੀਂ ਕੰਸਟਰਕਸ਼ਨ ਸ਼ੁਰੂ ਕਰੋ, ਤੇ ਅਸੀਂ ਇੱਥੋਂ ਜਿਹੜਾ ਕਿ ਫੰਡ ਰੇਜ਼ ਸ਼ੁਰੂ ਕਰਾਂਗੇ। ਇੱਕ ਕਲਾਸਰੂਮ ਦੀ ਵਾਕਈ ਕਿ ਬਹੁਤ ਵੱਡੀ ਕੀਮਤ ਹੈ ਜੀ, ਜਿਹਦੀ ਕਿ ਉਹਦੀ ਕੀਮਤ ਆਪਾਂ ਮਤਲਬ ਸੋਚ ਵੀ ਨਹੀਂ ਸਕਦੇ, ਕੰਪੇਅਰ ਵੀ ਨਹੀਂ ਕਰ ਸਕਦੇ ਕਿ ਇੱਕ ਕਲਾਸਰੂਮ ਦੇ ਵਿੱਚੋਂ ਕਿੰਨੇ ਬੱਚੇ ਪੜ੍ਹ ਕੇ ਨੈਕਸਟ ਕਲਾਸ 'ਚ ਜਾ ਰਹੇ ਨੇ, ਨੈਕਸਟ ਕਲਾਸ 'ਚ ਜਾ ਰਹੇ ਨੇ, ਨੈਕਸਟ ਕਲਾਸ 'ਚ ਜਾ ਰਹੇ, ਰਾਈਟ। ਤੇ ਸੋ ਗੱਲ ਹੋਈ ਕਿ ਜਿਹੜਾ ਕਿ ਆਪਣਾ ਪੇਂਟ ਰੁਕ ਗਏ, ਕਲਾਸਰੂਮਸ ਰੁਕ ਗਏ, ਆਪਣੇ ਇਵਨ ਕਿ ਝੂਲੇ ਲੱਗਣੇ ਸਕੂਲਾਂ ਦੇ ਵਿੱਚ, ਹਨਾ, ਬੱਚਿਆਂ ਦੇ ਮੈਂਟਲ ਸਟਰੈਂਥ ਵਾਸਤੇ, ਹੈਲਥ ਵਾਸਤੇ, ਕਿ ਬਾਹਰ ਬੱਚੇ ਪਾਰਕ ਵਿੱਚ ਜਾ ਕੇ ਜਦੋਂ ਬ੍ਰੇਕ ਹੁੰਦੀ ਹੈ, ਤੇ ਕਾਫੀ ਕੰਮ ਰੁਕੇ ਪਏ ਸੀ। ਬਟ ਅਸੀਂ ਕਿਹਾ ਕਿ ਸਾਡੀ ਝੋਲੀ 'ਚ ਕਮਰਿਆਂ ਦੀ ਸੇਵਾ ਪਾ ਦਿਓ, ਤੇ ਸੰਗਤ ਨੂੰ ਇਹੋ ਅਪੀਲ ਹੈ ਕਿ ਅਸੀਂ ਜਿਹੜਾ ਇੱਕ ਕਮਰੇ ਦੀ ਸੇਵਾ $10,000 ਹੈਗੀ ਹੈ, ਤੇ ਅਸੀਂ 100 ਕਮਰਿਆਂ ਦੀ ਸੇਵਾ ਅਸੀਂ ਲਾਈਕ ਮਤਲਬ ਕਿ ਗੁਰੂ ਤੇ ਭਰੋਸਾ ਰੱਖ ਕੇ ਤੇ ਸੰਗਤ ਤੇ ਭਰੋਸਾ ਰੱਖ ਕੇ 100 ਕਮਰਿਆਂ ਦੀ ਸੇਵਾ ਜਿਹੜਾ ਕਿ ਟਰਸਟ ਕੋਲੋਂ ਲਈ ਹੈਗੀ ਹੈ ਜੀ, ਕਿ ਉਹ ਅਸੀਂ USA ਤੋਂ ਪੂਰੀ ਕੋਸ਼ਿਸ਼ ਕਰਾਂਗੇ, ਸੰਗਤਾਂ ਨੂੰ ਬੇਨਤੀਆਂ ਕਰਾਂਗੇ ਕਿ ਇੱਕ ਕਮਰੇ ਦੇ ਸਾਨੂੰ 100 ਡੋਨਰਸ ਚਾਹੀਦੇ। ਟੈਕਨੀਕਲੀ ਅਗਰ ਦੇਖਿਆ ਜਾਏ ਬੇਸਿਕਲੀ, ਤੇ ਇੱਕ ਕਮਰੇ ਦੀ ਸੇਵਾ $10,000 ਹੈਗੀ ਹੈ, ਤੇ ਅਸੀਂ 4 ਜਣੇ ਮਿਲ ਕੇ ਵੀ ਕਰ ਸਕਦੇ ਹਾਂ। ਫੈਮਿਲੀ ਅਗਰ 4 ਭੈਣ ਭਰਾਵਾਂ
$2500 ਪਾ ਕੇ 4 ਫਰੈਂਡਸ ਮਿਲ ਕੇ ਕਰ ਸਕਦੇ ਆ, 5 ਫਰੈਂਡਸ ਮਿਲ ਕੇ ਕਰ ਸਕਦੇ ਆ ਜੀ ਤੇ ਇਵਨ ਕਿ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਕਿ ਤੁਹਾਡਾ ਇਸ ਅਕੈਡਮੀ ਦੇ ਵਿੱਚ ਕਮਰੇ ਦੀ ਸੇਵਾ ਹੋਈ ਹੈ ਜੀ ਤੇ ਅਸੀਂ ਜੇ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਡੈਡੀਕੇਟ ਵੀ ਕਰਨੀ ਉਹ ਸੇਵਾ ਤੇ ਉੱਥੇ ਡੋਨਰ ਦਾ ਨਾਮ ਜਿਹੜਾ ਹੈ ਕਿ ਪਲੈਕ ਵੀ ਲਗਾ ਦਿੱਤੀ ਜਾਏਗੀ ਕਿਉਂਕਿ ਥੋੜਾ ਜਿਹਾ ਸ਼ੌਕ ਹੁੰਦਾ ਹੈ ਨਾ। ਜੀ ਸੋ ਅਸੀਂ ਆਪਣੇ ਪਿੰਡ ਦੀ ਅਕੈਡਮੀ ਦੇ ਵਿੱਚ ਹੀ ਅਸੀਂ ਕਹੀਏ ਕਿ ਚਲੋ ਅਸੀਂ 1 ਕਮਰੇ ਦੀ ਸੇਵਾ ਕਰ ਦਿੰਦੇ ਆ, 2 ਕਮਰੇ ਦੀ ਸੇਵਾ ਕਰ ਦਿੰਦੇ ਆ ਤੇ ਸੰਗਤ ਨੂੰ ਇਹੀ ਅਪੀਲ ਹੈਗੀ ਹੈ ਕਿ ਜਿਵੇਂ ਗੁਰੂ ਕਾਸ਼ ਦੇ ਵਿੱਚ ਲੋਨ ਉਸ ਤੋਂ ਬਾਅਦ ਕਰਨ ਦੇ ਵਿੱਚ ਬਹੁਤ ਹੈਲਪ ਰਿਹਾ ਸੰਗਤ ਦਾ, USA ਸੰਗਤ ਦਾ ਤੇ ਇੰਨਾ ਜ਼ਿਆਦਾ ਸਪੋਰਟ ਰਿਹਾ। ਤੁਸੀਂ ਮੰਨੋਗੇ ਕਿ ਲਾਸਟ ਵੀਕ ਕੀ ਨਾਮ ਹੈ ਬਾਬਾ ਜੀ ਨਾਲ ਮੇਰੀ ਗੱਲ ਹੋ ਰਹੀ ਸੀਗੀ ਤੇ ਮੈਨੂੰ ਬਾਬਾ ਜੀ ਕਹਿੰਦੇ ਤੂੰ ਬੜੀ ਸੇਵਾ ਕਰ ਰਹੀ ਹੈ, ਤੂੰ ਚਮਕ ਗਈ ਹੈਨਾ ਤੇ ਚਮਕਣ ਦਾ ਅਸੀਂ ਕਹਾਂਗੇ ਲਾਈਕ ਚਿਹਰਾ ਚਮਕ ਗਿਆ ਬਟ ਉਹਨਾਂ ਦੀ ਸਪਿਰਚੁਅਲ ਕਿਹੜੀ ਸੋਚ ਕਿ ਉਹ ਕਿਸ ਤਰ੍ਹਾਂ ਦੇਖ ਰਹੇ ਨੇ ਤੇ ਮੈਨੂੰ ਨਾ ਬੜਾ ਗਿਲਟ ਜਿਹਾ ਹੋਇਆ ਕਿ ਸੇਵਾ ਤੇ ਹੁਣ ਘੱਟ ਨਹੀਂ ਲਾਈਕ ਟਰੈਵਲ ਨਹੀਂ ਹੋ ਰਿਹਾ ਹਨਾ ਲਾਈਕ ਜਿਹੜੀ ਲੱਤਾਂ ਦੀ ਸੇਵਾ ਜਾ ਕੇ ਟਰੈਵਲ ਕਰਨਾ ਸਾਰਾ ਰਾਈਟ। ਜੀ ਫਿਰ ਬਾਬਾ ਜੀ ਨੇ 2 ਮਿੰਟ ਬਾਅਦ ਦੁਬਾਰਾ ਕਿਹਾ ਤੂੰ ਆਪਣਾ ਜਨਮ ਸਫਲਾ ਕਰ ਰਹੀ ਹੈ ਸੇਵਾ ਕਰਕੇ। ਉਹ ਨਾ ਆਪਣੀ ਨਜ਼ਰਾਂ ਤੇ ਬੰਦਾ ਗਿਰ ਜਾਂਦਾ ਨਾ ਜਿਵੇਂ ਕਿ ਫਿਲਮ ਆ ਰਹੀ ਸੀ ਕਿ ਬਾਬਾ ਜੀ ਤੇ ਕਹਿ ਰਹੇ ਨੇ ਬਟ ਹੁਣ ਤੇ ਲਾਈਕ ਟਰੈਵਲ ਤੇ ਮੈਂ ਕਰ ਨਹੀਂ ਰਹੀ ਰਾਈਟ। ਤੇ ਫਿਰ ਮੈਂ ਜਸਪਾਲ ਵੀਰ ਜੀ ਨੂੰ ਫੋਨ ਕੀਤਾ, ਫਿਰ ਮੈਂ ਤੁਹਾਨੂੰ ਵੀ ਫੋਨ ਕੀਤਾ ਕਿ ਅਸੀਂ ਯੂਬਾ ਸਿਟੀ ਦੇ ਪ੍ਰੋਗਰਾਮ ਤੋਂ ਹੁਣ ਸ਼ੁਰੂ ਕਰਨਾ ਹੈ, ਨਗਰ ਕੀਰਤਨ ਹੋ ਰਿਹਾ ਹੈ, ਪਹਿਲੇ ਕੈਨਸਲ ਹੋ ਗਿਆ ਸੀ ਫਿਰ ਹੋ ਗਿਆ ਸੀ ਤੇ ਮੈਨੂੰ ਇਹ ਲੱਗਿਆ ਕਿ ਅਸੀਂ ਹੁਣ ਟਰੈਵਲਿੰਗ ਵੀ ਅਸ਼ਮਿਤਾ ਜੀ ਸ਼ੁਰੂ ਕਰਨ ਲੱਗੇ ਆ ਫਰਮ ਦਾ ਯੂਬਾ ਸਿਟੀ ਨਗਰ ਕੀਰਤਨ ਨਵੰਬਰ 1 ਦਾ ਵੀਕਐਂਡ ਜਿਹੜਾ ਹੈਗਾ ਵੇ ਅਗੇਨ ਕੈਲੀਫੋਰਨੀਆ ਦਾ ਐਵਰੀ ਵੀਕਐਂਡ ਜਿਵੇਂ ਅਸੀਂ ਕਰਦੇ ਸੀ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਕੋਵਿਡ ਬਹੁਤ ਬੈਟਰ ਹੋ ਗਿਆ, ਸਭ ਨੇ ਫਾਈਜ਼ਰ ਲੈ ਲਿਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗੀ ਨਾਓ ਵੀ ਆਰ ਬੈਕ ਤੁਸੀਂ ਵੀ ਵਾਪਸ ਆ ਜਾਓ ਤੇ ਅਸੀਂ ਜਿਹੜੀ 100 ਕਮਰਿਆਂ ਦੀ ਸੇਵਾ ਲਈਏ ਅਸੀਂ 31 ਦਸੰਬਰ ਦੇ ਐਂਡ ਤੱਕ ਸਾਨੂੰ 100 ਡੋਨਰ ਚਾਹੀਦੇ ਨੇ $10,000 ਈਚ ਕਮਰਾ ਹੈਗਾ ਬਟ ਉਹ $10,000 ਦੀ ਸੇਵਾ ਬੜੇ ਭਾਗਾ ਨਾਲ ਹੋਣੀ ਹੈਗੀ ਏ ਤੇ ਵਾਕਈ ਕਿ ਜਿਵੇਂ ਬੜੇ ਬੱਚਿਆਂ ਦਾ ਜੀਵਨ ਉਹਦੇ ਚੋਂ ਬਣ ਕੇ ਨਿਕਲਦਾ ਹੋਵੇ ਕਿਉਂਕਿ ਜਸਪਾਲ ਵੀਰ ਜਦੋਂ ਪਿੰਡਾਂ ਦੀ ਗੱਲ ਕਰਦੇ ਨੇ ਉਹ ਆਪਣਾ ਸਾਰਾ ਬਚਪਨ ਰਿਲੇਟ ਕਰਦੇ ਨੇ। ਸਾਡੇ ਡੋਨਰ ਹੈਗੇ ਨੇ ਜਿਵੇਂ ਗੁਰਚਰਨ ਸਿੰਘ ਚੱਕ ਸਾਹਿਬ ਹੈਗੇ ਨੇ, ਜਸਤੀਮਾਨ ਅੰਕਲ ਹੈਗੇ ਨੇ, ਆਪਣੇ ਰਾਜ ਸਿੰਘ ਗਿੱਲ ਅੰਕਲ ਹੈਗੇ ਨੇ, ਸੋ ਸਾਰੇ ਪੰਜਾਬ ਪਿੰਡਾਂ ਤੋਂ ਹੀ ਅਸੀਂ ਹੈਗੇ ਰਾਈਟ ਤੇ ਜਿਹੜੀ ਚੀਜ਼ ਸਾਨੂੰ ਨਹੀਂ ਮਿਲ ਪਾਈ ਜਾਂ ਦਿੱਕਤਾਂ ਆਈਆਂ ਹਨਾ ਤੇ ਹੁਣ ਉਹ ਬੱਚਿਆਂ ਨੂੰ ਦਿੱਕਤਾਂ ਨਹੀਂ ਆ ਰਹੀਆਂ। ਭਾਗਾਂ ਵਾਲੇ ਨੇ ਉਹ ਬੱਚੇ ਜਿਨ੍ਹਾਂ ਨੂੰ ਕਿ ਹੁਣ ਦੀ ਜਨਰੇਸ਼ਨ ਜਿਨ੍ਹਾਂ ਨੂੰ ਉੱਥੇ ਸਕੂਲਾਂ ਦੀ ਅਵੇਲੇਬਿਲਿਟੀ ਕਲਗੀਧਰ ਟਰੱਸਟ ਦੇ ਸਕੂਲਾਂ ਦੀ ਮਿਲ ਗਈ ਏ ਤੇ ਉਹ ਮੋਰ ਦੈਨ ਜਿਹੜੇ ਕਿ ਸ਼ਹਿਰਾਂ ਦੇ ਸਕੂਲ ਹੈਗੇ ਨੇ ਉਹਦੇ ਤੋਂ ਅੱਛੀ ਐਜੂਕੇਸ਼ਨ ਪਿੰਡਾਂ ਦੇ ਵਿੱਚ ਲੈ ਰਹੇ ਨੇ। ਸ਼ਹਿਰਾਂ ਦੇ ਸਕੂਲ ਤੇ ਫਿਰ ਵੀ ਸਿਰਫ ਦੁਨਿਆਵੀ ਐਜੂਕੇਸ਼ਨ ਹੈਗੀ ਏ। ਸਾਡੀ ਯੂਨੀਕਨੈਸ ਕੀ ਹੈਗੀ ਏ ਪੇਰੈਂਟਸ ਕੋਲ ਟਾਈਮ ਨਹੀਂ ਘਰ ਬੱਚਿਆਂ ਨੂੰ ਲਾਈਕ ਗੁਰਮੁਖੀ ਸਿਖਾਉਣ ਦਾ, ਕੀਰਤਨ ਵਾਜਾ ਤਬਲਾ ਪਾਠ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਣਾ, ਇੰਟਰਸਟ ਕਾਣਾ ਉਹ ਇਨਕਰੇਜ ਕਰਨਾ ਬੱਚਿਆਂ ਨੂੰ। ਸਾਰੇ ਆਪਣੀ ਲਾਈਫ ਵਿੱਚ ਪੇਰੈਂਟਸ ਵੀ ਬਿਜ਼ੀ ਨੇ ਬਿਲਸ ਪੇ ਕਰਨ ਦੇ ਵਿੱਚ ਬਟ ਇਹ ਟਰਸਟ ਮਾਂ ਵਾਲਾ ਕੰਮ ਵੀ ਕਰ ਰਹੀ ਹੈ ਕਿ ਜਿਹੜੀ ਇੱਕ ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਅੰਮ੍ਰਿਤਧਾਰੀ ਹੋਏ, ਮੇਰਾ ਬੱਚਾ ਗੁਰਮੁਖ ਹੋਏ, ਗੁਰਸਿੱਖੀ ਵਿੱਚ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਸਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਸਕੇ। ਇਹ ਮਾਂ ਵਾਲਾ ਕੰਮ ਵੀ ਸੰਸਥਾ ਕਰ ਰਹੀ ਉਹਨਾਂ ਬੱਚਿਆਂ ਉੱਤੇ ਤੇ ਆਫ ਕੋਰਸ ਲਾਈਕ ਸਕੂਲ ਵਾਲਾ ਪ੍ਰੋਫੈਸ਼ਨਲ ਕੰਮ ਵੀ ਕਰ ਰਹੀ ਹੈ ਜਿਹੜੀ ਦੁਨਿਆਵੀ ਵਿਦਿਆ CBSE ਬੋਰਡ ਦੀ ਇੰਗਲਿਸ਼ ਮੀਡੀਅਮ ਦੀ ਦੇ ਰਹੀ ਹੈ ਜੀ ਤੇ ਸੋ ਮੈਂ ਸਾਰੀ ਸੰਗਤਾਂ ਦੇ ਅੱਗੇ ਦਿਲੋਂ ਲਾਈਕ ਮੱਥਾ ਟੇਕਣ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਜਿਹੜੀ ਇਹ ਸੇਵਾ ਸਾਡੀ ਝੋਲੀ ਚ ਅਮਰੀਕਾ ਦੀ ਸੰਗਤ ਦੀ ਝੋਲੀ ਵਿੱਚ ਇਹ ਪਈਏ 100 ਕਮਰਿਆਂ ਦੀ ਸੇਵਾ ਮਤਲਬ ਵੱਡੀ ਸੇਵਾ ਨਹੀਂ ਹੈਗੀ। ਸਾਰੇ ਜੇ ਅਸੀਂ ਰਲ ਕੇ ਕਰੀਏ ਤੇ ਆਪਣੀ ਬੜੀ ਤਾਕਤ ਹੈ ਆਪਣੀ ਸੰਗਤ ਦੀ ਉਹਦੇ ਵਿੱਚ ਲਾਈਕ ਸਪਿਰਚੁਅਲ ਤਾਕਤ ਹੈਗੀ ਹੈ ਰਾਈਟ। ਕਹਿੰਦੇ ਨਾ ਸੰਗਤ ਲੱਗਾ ਬਸੇ ਜਿਉ ਅਕਾਲ ਪੁਰਖ ਆਪ ਸੰਗਤ ਦੇ ਵਿੱਚ ਵਰਤਦੇ ਨੇ ਤੇ ਆਪ ਹੀ ਉਹਨਾਂ ਨੇ ਅੱਗੇ ਵੀ ਜਿਵੇਂ ਰੂਬੀ ਵੀਰ ਜੀ ਨੇ ਕਿਹਾ ਕਿ ਆਪ ਹੀ ਉਹਨਾਂ ਵਰਤ ਕੇ ਕੋਵਿਡ ਦਾ ਟਾਈਮ ਜਿਹੜਾ ਵੇ ਕੱਢਿਆ ਅਕਾਲ ਪੁਰਖ ਨੇ ਆਪ ਪੈਰਾ ਦੇ ਕੇ ਤੇ ਉਹ ਉਸ ਤੇ ਬੜਾ ਵੱਡਾ ਸਟਰਗਲ ਆ ਗਿਆ ਸੀ। ਡਾਕਟਰ ਵੀਰ ਦੀ ਸਾਰੀ ਟਰਸਟ ਇੱਕ ਵਾਰੀ ਤੇ ਕਾਫੀ ਦਿੱਕਤਾਂ ਵਿੱਚ ਇੰਨਾ ਵੱਡਾ ਉਹਨਾਂ ਤੇ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਦੀ ਵੀ ਬੜੀ ਵੱਡੀ ਰਿਸਪੌਂਸਿਬਿਲਿਟੀ ਸੀ ਟਰਸਟ ਦੇ ਉੱਤੇ, ਉਹਨਾਂ ਦੇ ਘਰ ਦੇ ਬਿਲਸ ਪੇ ਕਰਨੇ, ਉਹਨਾਂ ਨੂੰ ਸੈਲਰੀਜ਼, ਉਹ ਵੀ ਸੰਸਥਾ ਦੀ ਜ਼ਿੰਮੇਵਾਰੀ, ਬੱਚਿਆਂ ਦੀ ਜ਼ਿੰਮੇਵਾਰੀ, ਸਟੂਡੈਂਟਸ ਦੀ ਪਲੱਸ ਉਹਨਾਂ ਦੇ EMPLOYEES ਦੀ ਬਿਲਕੁਲ। ਬਟ ਸੰਸਥਾ ਨੇ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਸੰਗਤ ਦੀ ਸਪੋਰਟ ਦੇ ਨਾਲ ਉਹਨੂੰ ਮੈਨੇਜ ਕਰ ਪਾਏ ਤੇ ਅਸੀਂ ਇੱਕ ਕਮਰੇ ਦੀ ਸਾਰੇ ਰਲ ਕੇ ਸੇਵਾ ਕਰੀਏ ਤੇ ਅਸੀਂ ਉਹਨਾਂ ਦੇ ਨਾਮ ਤੇ ਡੈਡੀਕੇਟ ਕਰਕੇ ਉਹਨੂੰ ਕਮਰਿਆਂ ਨੂੰ ਫਲੈਕ ਵੀ ਲਗਾਵਾਂਗੇ
ਤੇ ਸੋ ਇਹ ਮੇਰੀ ਇਟਸ ਸੰਗਤ ਨੂੰ ਬਹੁਤ ਹੀ ਸੋਹਣਾ ਉਪਰਾਲਾ ਤੁਸੀਂ ਮੁਕਤਾ ਜੀ ਸਾਡੇ ਨਾਲ ਸ਼ੇਅਰ ਕੀਤਾ ਹੈ। ਸਾਡੀ ਕਮਿਊਨਿਟੀ ਨੇ ਬਹੁਤ ਤਰੱਕੀ ਕੀਤੀ ਹੈ ਇਸ ਮੁਲਕ ਦੇ ਵਿੱਚ ਤੇ ਇਹ ਤਾਂ ਕੁਝ ਵੀ ਨਹੀਂ ਹੈਗੀ ਜੋ ਸੇਵਾ ਯੂਐਸ ਦੀ ਸੰਗਤ ਦੇ ਮੈਂ ਕਹਾਂਗੀ ਜਿੰਮੇ ਪਈ ਹੈ। ਇਹ ਤਾਂ ਵੈਰੀ ਈਜ਼ੀਲੀ ਡੂਏਬਲ। ਇੱਕ ਵਾਰੀ ਫਿਰ ਰਵੀਦੀਪ ਕੌਰ ਮੁਕਤਾ ਜੀ ਦੀ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ, ਤੁਸੀਂ ਜ਼ਰੂਰ ਨੋਟ ਕਰ ਲਓ, ਇਹਨਾਂ ਦੇ ਨਾਲ ਡਾਇਰੈਕਟਲੀ ਕੰਟੈਕਟ ਕਰੋ, ਆਪਣੀ ਸੇਵਾ ਦਾ ਹਿੱਸਾ ਪਾਓ ਤਾਂ ਕਿ ਨਾ ਕਿ ਇੱਕ ਬੱਚਾ ਇੱਕ ਬੱਚੀ ਬਟ ਕਿੰਨੇ ਹੰਡਰਡਸ ਥਾਊਜ਼ੈਂਡਸ ਆਫ ਬੱਚੇ ਇੱਕ ਕਲਾਸਰੂਮ ਦੇ ਵਿੱਚ ਬਹਿ ਕੇ ਇੱਕ ਪ੍ਰੋਪਰ ਦੁਨਿਆਵੀ ਤੇ ਧਾਰਮਿਕ ਵਿਦਿਆ ਲੈ ਸਕਣ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਮੈਂ ਹੋਰ ਕੁਝ ਸਵਾਲ ਤੁਹਾਡੇ ਸਾਰਿਆਂ ਤੋਂ ਕਰਨਾ ਚਾਹੁੰਦੀ ਹਾਂ ਆਉਣ ਵਾਲੇ ਸਮੇਂ ਨੂੰ ਲੈ ਕੇ। ਵਿਊਅਰਸ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਬੜੂ ਸਬ ਕਲਗੀਧਰ ਟਰਸਟ ਸੰਸਥਾ ਦੀ ਟੀਮ ਦੇ ਨਾਲ ਗੱਲ ਹੋ ਰਹੀ ਹੈ, ਸੇਵਾ ਦੀ ਗੱਲ ਹੋ ਰਹੀ ਹੈ ਤੇ ਸੇਵਾਦਾਰ ਸਾਡੇ ਨਾਲ ਜੁੜੇ ਹਨ। ਸਾਰਿਆਂ ਨੂੰ ਸਵਾਗਤ ਇੱਕ ਵਾਰੀ ਫਿਰ। ਮੁਕਤਾ ਜੀ, ਜਦੋਂ ਤੁਸੀਂ ਕਨੈਕਟ ਕਰਦੇ ਹੋ ਸਾਡੇ ਨਾਲ ਵਿਊਅਰਸ ਦੇ ਨਾਲ, ਇੱਕ ਦਿਲੋਂ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਆਪਣੇ ਬੱਚਿਆਂ ਦਾ ਤਾਂ ਖਿਆਲ ਸਾਰੇ ਰੱਖਦੇ ਹੀ ਹੈ ਬਟ ਉਨ ਬੱਚਿਆਂ ਦਾ ਖਿਆਲ ਜਿਨ੍ਹਾਂ ਦਾ ਕੋਈ ਨਹੀਂ ਹੋਰ ਹੈਗਾ, ਉਹਨਾਂ ਦੇ ਮਾਪਿਓ ਬਹੁਤ ਹੀ ਗਰੀਬ ਹਨ ਜਾਂ ਪਿੰਡਾਂ ਦੇ ਵਿੱਚ ਉਹ ਵੱਸਦੇ ਹੈ, ਉਹਨਾਂ ਦੇ ਖਾਤੇ ਉਹਨਾਂ ਲਈ ਅਸੀਂ ਕੀ ਕਰ ਸਕਦੇ ਹਾਂ, ਇਹ ਤੁਸੀਂ ਸਾਨੂੰ ਰਿਮਾਈਂਡ ਕਰਾਉਂਦੇ ਹੋ। ਐਂਡ ਵਾਂਸ ਅਗੇਨ ਅਸੀਂ ਸਾਰੇ ਇੰਨੇ ਫੋਰਚੂਨੇਟ ਹਾਂ ਕਿ ਅਸੀਂ ਇੱਥੇ ਰਹਿੰਦੇ ਹਾਂ, ਕਿ ਸਾਨੂੰ ਸਾਰੀ ਸਹੂਲਤਾਂ ਮਿਲੀਆਂ ਹੋਈਆਂ ਇੱਥੇ, ਭਾਵੇਂ ਅਮਰੀਕਾ ਹੋਏ, ਕੈਨੇਡਾ ਹੋਏ, ਕਿਤੇ ਵੀ ਤੁਸੀਂ ਅਬਰੋਡ ਦੇ ਮੁਲਕ ਦੀ ਗੱਲ ਕਰ ਲਓ। ਦ ਲੀਸਟ ਵੀ ਕੈਨ ਡੂ, ਥੋੜ੍ਹਾ ਜਿਹਾ ਮਾਇਆ ਦਾ ਦੇਣ ਕਰਕੇ ਕਿੰਨੀ ਜ਼ਿੰਦਗੀਆਂ ਨੂੰ ਅਸੀਂ ਸਵਾਰ ਸਕਦੇ ਹਾਂ। ਆਮ ਸੋ ਗਲੈਡ ਕਿ ਤੁਸੀਂ ਯੂਨੀਵਰਸਿਟੀ ਦੀ ਵੀ ਅਨਾਊਂਸਮੈਂਟ ਕੀਤੀ। ਯੂਨੀਵਰਸਿਟੀ ਬਹੁਤ ਜ਼ੋਰ ਸ਼ੋਰ ਨਾਲ ਇੱਕ ਵਾਰੀ ਫਿਰ ਇਸ ਸਾਲ ਨਗਰ ਕੀਰਤਨ ਉੱਥੋਂ ਕੱਢ ਰਹੇ ਹੈ ਗੁਰਦੁਆਰਾ ਸਾਹਿਬ। ਸੋ ਉੱਥੇ ਤੁਹਾਨੂੰ ਵੀ ਮਿਲਾਂਗੇ ਤੇ ਸਾਡੀ ਵੀ ਟੀਮ ਹੋਏਗੀ। ਸੰਗਤਾਂ ਨੂੰ ਅਪੀਲ ਹੈ ਕਿ ਤੁਸੀਂ ਆਓ, ਜ਼ਰੂਰ ਸਾਡੇ ਨਾਲ ਮਿਲੋ, ਵਰਤੋ ਤੇ ਜੋ ਪ੍ਰੋਗਰਾਮਸ ਅਸੀਂ ਪੇਸ਼ ਕਰਾਂਗੇ ਜ਼ਰੂਰ ਵੇਖਿਓ। ਇਸ ਅਖੀਰ ਦੇ ਸੈਗਮੈਂਟ ਦੇ ਵਿੱਚ ਰੂਬੀ ਜੀ, ਮੈਂ ਇੱਕ ਵਾਰੀ ਫਿਰ ਤੁਹਾਡੇ ਤੋਂ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹੁੰਦੀ ਹਾਂ ਬਿਕੋਜ਼ ਐਜੂਕੇਸ਼ਨ ਨੂੰ ਲੈ ਕੇ ਖਾਸ ਕਰਕੇ ਇੱਥੇ ਅਮਰੀਕਾ ਦੇ ਵਿੱਚ ਇੱਕ ਬਹੁਤ ਇੱਕ ਮਾਈਂਡਸੈਟ ਹੈ ਕਿ ਲੋਕੀ ਪੂਰਾ ਮਤਲਬ ਆਪਣਾ ਦੇ ਮੂਵ ਟੂ ਡਿਫਰੈਂਟ ਟਾਊਨਸ ਐਂਡ ਸ਼ਹਿਰਾਂ ਦੇ ਵਿੱਚ ਮੂਵ ਹੁੰਦੇ ਤਾਂ ਕਿ ਬੱਚਿਆਂ ਨੂੰ ਇੱਕ ਵਧੀਆ ਸਕੂਲ ਡਿਸਟ੍ਰਿਕਟ ਦੇ ਵਿੱਚ ਪਾਇਆ ਜਾਏ, ਰਾਈਟ? ਦੈਟਸ ਦ ਮਾਈਂਡਸੈਟ ਹੀਅਰ। ਬਟ ਜਦੋਂ ਅਸੀਂ ਟਾਪ ਕਲਾਸ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਇਸ ਸੰਸਥਾ ਕਿੰਨੇ ਦਹਾਕਿਆਂ ਤੋਂ ਇਸ ਲੈਵਲ ਦੀ ਐਜੂਕੇਸ਼ਨ ਪ੍ਰੋਵਾਈਡ ਕਰੀਏ। ਮੁਕਤਾ ਜੀ ਨੇ ਪਿਛਲੇ ਸੈਗਮੈਂਟ 'ਚ ਕਿਹਾ ਸੀ ਸੁਮਨਦੀਪ ਸਿੰਘ ਟੌਪਰ, ਉਹਦੇ ਬਾਰੇ ਸਾਨੂੰ ਥੋੜ੍ਹਾ ਦੱਸੋ ਸੋ ਵੀ ਹੈਵ ਐਨ ਆਈਡੀਆ, ਸਾਨੂੰ ਅੰਦਾਜ਼ਾ ਹੋਏ ਆਫ ਦ ਕੁਆਲਿਟੀ ਆਫ ਐਜੂਕੇਸ਼ਨ ਕਿ ਇਨ ਬੱਚਿਆਂ ਦਾ ਫਿਊਚਰ ਕਿਸ ਤਰ੍ਹਾਂ ਓਪਨ ਅਪ ਹੁੰਦਾ ਬਿਕਾਜ਼ ਦੇ ਆਰ ਗੈਟਿੰਗ ਵਰਲਡ ਕਲਾਸ ਐਜੂਕੇਸ਼ਨ। ਰੂਬੀ ਜੀ। Thank you, Ji. Ashmita Ji, I'll just make a small correction. The name is Simrandeep Singh. Simrandeep, I'm sorry. ਇਹ ਬੱਚਾ ਹਾਂਜੀ ਮਾਨਸਾ ਡਿਸਟ੍ਰਿਕਟ ਹੈਗਾ ਪੰਜਾਬ ਦੇ ਵਿੱਚ, which is not a very prosperous district. ਜੀ। और सरदूलगढ़ ब्लॉक है। सरदूलगढ़ ब्लॉक इज इटसेल्फ अ वेरी रूरल एरिया। ਉਹਦੇ ਚ ਇੱਕ ਪਿੰਡ ਹੈ ਕੌੜੀਵਾੜਾ। ਅਕਾਲ ਅਕੈਡਮੀ ਕੌੜੀਵਾੜਾ ਦਾ ਇਹ ਬੱਚਾ ਹੈਗਾ। ਆਯੁਰਵੈਦਿਕ ਪ੍ਰੈਕਟੀਸ਼ਨਰ ਨੇ ਉਹਦੇ ਫਾਦਰ ਤੇ ਗਵਰਨਮੈਂਟ ਮਿਡਲ ਸਕੂਲ ਦੇ ਵਿੱਚ ਆਰਟਸ ਟੀਚਰ ਨੇ ਉਹਦੀ ਮਦਰ। ਯੂ ਕੈਨ ਇਮੇਜਿਨ ਇਟਸ ਅ ਵੈਰੀ ਮਿਡਲ ਕਲਾਸ ਫੈਮਿਲੀ। ਜੀ। ਇਸ ਬੱਚੇ ਨੇ ਰੈਂਕ 34 ਅਚੀਵ ਕੀਤਾ ਹੈ UPSC ਐਗਜ਼ਾਮਸ ਆਲ ਇੰਡੀਆ ਦੇ ਵਿੱਚ। ਵਾਓ। ਯੂ ਕੈਨ ਇਮੇਜਿਨ ਐਨ IAS ਆਫਿਸਰ from a village how much of inspiration that he can give to other kids. ਕਿੰਨੇ ਹੋਰ ਬੱਚਿਆਂ ਨੂੰ ਇਨਸਪਾਇਰ ਕਰ ਸਕਦਾ ਹੈ। ਆਪਣੀ ਪੂਰੀ ਕਮਿਊਨਿਟੀ ਦੇ ਵਿੱਚ ਉਹ ਇਸ ਵੇਲੇ ਚਰਚਿਤ ਹੈਗਾ ਬੱਚਾ ਜੀ, ਬਿਕੋਜ਼ ਕੋਈ ਬਹੁਤ ਅੱਛੀ ਬੈਕਗ੍ਰਾਉਂਡ ਨਹੀਂ ਹੈ, ਬਾਈਕ ਹਾਲਤ ਬਹੁਤ ਅੱਛੀ ਨਹੀਂ ਹੈਗੀ ਹੈ ਪੇਰੈਂਟਸ ਦੀ, ਬਟ ਫੋਕਸ ਸੀ ਕਿ ਅਸੀਂ ਬੱਚੇ ਨੂੰ ਪੜ੍ਹਾਉਣਾ ਹੈਗਾ। ਐਂਡ ਯੂ ਕੈਨ ਇਮੇਜਿਨ ਸੱਚ ਕਿਡਸ। We have numerous stories. ਅਸੀਂ ਤੇ ਰਿਕੁਐਸਟ ਕਰਾਂਗੇ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਸਿਰਫ ਅਚੀਵਰਸ ਉੱਤੇ ਕਰੀਏ, ਜਿਹੜੇ ਅਸੀਂ ਅਚੀਵਰਸ ਨਿਕਲੇ ਨੇ, ਕਿਉਂਕਿ ਬਹੁਤ ਸੱਜਣਾ ਦੇ ਕੁਐਸਚਨ ਆਉਂਦੇ ਨੇ ਕਿ ਠੀਕ ਹੈ ਤੁਸੀਂ ਸਕੂਲ ਬਣਾ ਲਏ, ਚਲਾ ਲਏ, ਪੜ੍ਹਾਈ ਵੀ ਦੇ ਦਿੱਤੀ, ਸਭ ਕੁਝ ਕਰਤਾ, ਬਟ ਵਾਟ ਹੈਵ ਯੂ ਅਚੀਵਡ? ਤੁਹਾਡੇ ਅਚੀਵਰਸ ਕਿੱਥੇ ਨੇ? ਤੁਹਾਡੇ ਐਲਮਨਾਈ ਕਿੱਥੇ ਨੇ? ਸੋ ਅਦਰ ਦੈਨ IITs, IIMs, international universities, you'll be happy to know we have lieutenants in Indian Army. I recently met a kid who is in British Army as a communication engineer. My goodness.
I mean, he's a serving British Army personnel, जी, and जी। he's coming from a rural background. ਜੀ ਇਸ ਤਰ੍ਹਾਂ ਹੀ ਨੀਟ ਦਾ ਆਲ ਇੰਡੀਆ ਟੌਪਰ ਜਿਹੜਾ ਹੈ 2017 ਦੇ ਵਿੱਚ ਅਕਾਲ ਅਕੈਡਮੀ ਤੋਂ ਸੀ, ਮੁਕਤਸਰ ਸਾਹਿਬ ਤੋਂ। ਬਈ ਕਹਿਣ ਦੀ ਗੱਲ ਹੈਗੀ ਹੈ, there are hundreds of chains of schools in India. ਜੀ Show me a school which has been regularly producing such all India ranks in many exams. CA foundation exams ਦੇ ਵਿੱਚ ਵੀ ਬਹੁਤ ਅੱਛੇ ranks ਸਾਡੇ ਬੱਚੇ ਲੈ ਕੇ ਆਏ ਨੇ। We'll talk in detail when ਹਾਂਜੀ। we have the next program focused on the achievers from Akal Academies, so that many questions are answered of the Sangat ਕਿ after all ਅਸੀਂ achieve ਕੀ ਕੀਤਾ, ਬਿਲਕੁਲ। wherever our students gone. ਬਿਲਕੁਲ ਬਿਲਕੁਲ ਆਈ ਥਿੰਕ ਦਿਸ ਇਜ਼ ਅ ਵੰਡਰਫੁਲ ਆਈਡੀਆ ਰੂਬੀ ਜੀ। ਖੁਸ਼ੀ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕਰਾਂਗੇ। ਆਈ ਥਿੰਕ ਆਮ ਗਲੈਡ ਤੁਸੀਂ ਵਿਊਅਰਸ ਨੂੰ ਅਨਾਉਂਸ ਇਹ ਚੀਜ਼ ਕੀਤੀ। ਸੋ ਅਗਲੇ ਹਫਤੇ ਜ਼ਰੂਰ ਤੁਸੀਂ ਟਿਊਨ ਇਨ ਕਰਿਓ ਸੰਡੇ ਸ਼ਾਮ 8:30 ਵਜੇ ਈਸਟਰਨ। ਬੜੂ ਸਾਹਿਬ ਦੇ ਵੱਖ-ਵੱਖ ਅਚੀਵਰਸ ਦੀ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਟ ਯੂ ਨੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਜੋ ਸਾਡੀ ਕਾਲ ਟੂ ਐਕਸ਼ਨ ਹੈ, ਮੈਂ ਵਿਊਅਰਸ ਨੂੰ ਰਿਮਾਈਂਡ ਕਰਾਉਣਾ ਚਾਹੁੰਦੀ ਹਾਂ। ਦੋ ਚੀਜ਼ਾਂ ਮੈਂ ਇੱਕ ਵਾਰੀ ਫਿਰ ਦੁਹਰਾਵਾਂਗੀ। ਇੱਕ ਤਾਂ ਰੂਬੀ ਜੀ ਇੰਨੀ ਵੱਡੀ ਅਚੀਵਮੈਂਟ ਐਵਰੀਵਨ ਰਿਅਲਾਈਜ਼ਡ ਇਸ ਪਿਛਲੇ 1.5 ਸਾਲ ਦੇ ਵਿੱਚ ਕਿ ਯੂ ਨੋ ਤੁਹਾਡੇ ਸਿਰ ਤੇ ਜਦੋਂ ਕਰਜ਼ਾ ਹੋਏ ਤੁਸੀਂ ਕੁਛ ਨਹੀਂ ਕਰ ਸਕਦੇ, ਤੇ ਜਿੱਥੇ ਕਰਜ਼ੇ ਦੀ ਗੱਲ ਆਉਂਦੀ ਹੈ ਇਸ ਸੰਸਥਾ ਨੇ 2021 ਦੇ ਵਿੱਚ ਜਿੱਥੇ ਪੂਰੀ ਦੁਨੀਆ ਦੇ ਵਿੱਚ ਇਕਨੋਮਿਕ ਇਨਸਟੇਬਿਲਿਟੀ ਸੀਗੀ, ਨਾ ਕਿ ਸਿਰਫ ਬੱਚਿਆਂ ਨੂੰ ਕੰਟੀਨਿਊਸਲੀ ਪੜ੍ਹਾਇਆ, ਤਨਖਾਹਾਂ ਦਿੱਤੀਆਂ ਉਨ ਵੱਖ-ਵੱਖ ਇੰਡੀਵਿਜੂਅਲਸ ਦੀ ਜੋ ਕਿ ਰਿਲਾਈ ਕਰਦੇ ਹੈ ਇਸ ਸੰਸਥਾ ਤੇ ਐਮਪਲੋਇਮੈਂਟ ਲਈ। ਬਟ ਮੋਰ ਇੰਪੋਰਟੈਂਟਲੀ 70 ਤੋਂ 40 ਕਰੋੜ ਤੱਕ ਇਸ ਕਰਜ਼ੇ ਨੂੰ ਰਿਡਿਊਸ ਕੀਤਾ, ਇਸ ਡੈਟ ਨੂੰ, ਇਸ ਲੋਨ ਨੂੰ ਰੀਪੇ ਕੀਤਾ। ਸੋ ਅੱਜ ਦੀ ਜੋ ਕਾਲ ਟੂ ਐਕਸ਼ਨ ਹੈ ਸੰਗਤ ਲਈ ਇੱਕ ਵਾਰੀ ਫਿਰ, ਜਿਸ ਤਰ੍ਹਾਂ ਮੁਕਤਾ ਜੀ ਤੁਸੀਂ ਕਹਿ ਰਹੇ ਸੀ 10,000 ਦੀ ਗੱਲ, 100 ਸਾਨੂੰ ਡੋਨੇਸ਼ਨਸ ਚਾਹੀਦੀਆਂ, 100 ਕਲਾਸਰੂਮਸ ਦੀ ਸੇਵਾ ਦੀ ਗੱਲ ਹੋ ਰਹੀ ਹੈ। ਮੁਕਤਾ ਜੀ ਪ੍ਰੋਗਰਾਮ ਦੀ ਕਲੋਜ਼ਿੰਗ ਦੇ ਵਿੱਚ ਇੱਕ ਵਾਰੀ ਫਿਰ ਤੁਸੀਂ ਦੱਸੋ ਕਿ ਸੰਗਤ ਤੋਂ ਕੀ ਕੁਛ ਐਕਸਪੈਕਟਡ ਹੈਗੀ, ਕੀ ਉਹਨਾਂ ਦੇ ਜਿੰਮੇ ਇਸ ਤੁਸੀਂ ਕਹਿ ਲਓ ਯੂਨਾਈਟਿਡ ਸਟੇਟਸ ਦੀ ਸੰਗਤ ਕੀ ਉਹਨਾਂ ਦੇ ਜਿੰਮੇ ਪਿਆ ਹੈ, ਕਿਸ ਤਰ੍ਹਾਂ ਦੀ ਸੇਵਾ ਉਹ ਕਰ ਸਕਦੇ ਹੈ ਬੱਚਿਆਂ ਦਾ ਫਿਊਚਰ ਬ੍ਰਾਈਟਨ ਕਰਨ ਲਈ, ਪੰਜਾਬ ਦੀ ਸਫਲਤਾ ਲਈ। ਮੈਂ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਇਹੋ ਅਪੀਲ ਕਰਾਂਗੀ ਕਿ ਅਸੀਂ ਕਮਰੇ ਦੀ ਸੇਵਾ ਕਰੀਏ, ਅਸੀਂ ਜੋ ਵੀ ਤਿਲਫੁਲ ਕਰੀਏ ਜੀ ਲਾਈਕ ਸਾਡਾ ਉਹਨਾਂ ਦੇ ਵਿੱਚ $1 ਵੀ ਸੰਗਤ ਦਿੰਦੀ ਹੈ ਤੇ ਉਹਦੇ ਵਿੱਚ ਬਹੁਤ ਬਰਕਤ ਹੈਗੀ ਹੈ। ਸੋ ਅਸੀਂ ਕਮਰਿਆਂ ਦੀ ਸੇਵਾ ਕਰੀਏ, ਅਸੀਂ ਲੋਨ ਜਿੰਨਾ ਕੋ ਪੈਂਡਿੰਗ ਜੀ ਨੇ ਜਿਵੇਂ ਦੱਸਿਆ ਹੁਣੇ ਅਸੀਂ ਉਹਦੇ ਵਿੱਚ ਉਤਾਰਨ ਦੀ ਹੈਲਪ ਕਰੀਏ। ਅਸੀਂ ਕਿਸ ਤਰ੍ਹਾਂ ਵੀ ਕਰਕੇ ਜੋ ਵੀ ਤਿਲਫੁਲ ਹੈ ਅਸੀਂ ਜ਼ਰੂਰ ਇਸ ਐਜੂਕੇਸ਼ਨ ਦੇ ਲੰਗਰਾਂ ਦੇ ਵਿੱਚ ਲਾਈਏ, ਕਿਉਂਕਿ ਇਹ ਸੰਸਥਾ ਉਹ ਕੰਮ ਕਰ ਰਹੀ ਹੈ ਜਿਹੜਾ ਸਾਡੀ ਸਿੱਖ ਹਿਸਟਰੀ ਦੇ ਵਿੱਚ ਕੋਈ ਵੀ ਆਰਗੇਨਾਈਜੇਸ਼ਨ ਇਸ ਲੈਵਲ ਤੱਕ ਨਹੀਂ ਕੰਮ ਕਰ ਪਾਈ। ਇਵਨ ਕਿ ਸਰਕਾਰਾਂ ਵੀ ਲਾਈਕ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਪਾਈਆਂ ਜਿਹੜਾ ਕੰਮ ਸਾਡੀ ਆਰਗੇਨਾਈਜੇਸ਼ਨ ਪਿਛਲੇ 35 ਸਾਲ ਤੋਂ ਕਰ ਰਹੀ ਹੈ। ਜਿੰਨੇ ਵੀ ਸਕੂਲ ਬਣੇ ਨੇ ਸਾਰੇ ਸਕੂਲ ਨੇ ਚੜ੍ਹਦੀਆਂ ਕਲਾ ਚ ਜਾ ਰਹੇ ਨੇ, ਸਾਰੀ ਸੰਗਤ ਦੀ ਸਪੋਰਟ ਨਾਲ ਜਾ ਰਹੇ ਨੇ। ਗੁਰੂ ਕਾਸ਼ੀ ਦਾ ਜਦੋਂ 100 ਕਰੋੜ ਦਾ ਪ੍ਰੋਜੈਕਟ ਸੀ ਉਹ ਵੀ ਸ਼ੁਰੂ ਹੋਇਆ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਸੰਗਤਾਂ ਦੀ ਸਪੋਰਟ ਦੇ ਨਾਲ ਲਗਾ ਕੇ ਤੇ ਉਹ ਕਾਰਜ ਵੀ ਹੋਇਆ, ਯੂਨੀਵਰਸਿਟੀ ਸ਼ੁਰੂ ਵੀ ਹੋਈ। ਹੁਣ ਵੀਰ ਜੀ ਨੇ ਬੜੀ ਖੁਸ਼ਖਬਰੀ ਦਿੱਤੀ ਕਿ ਇੰਨਾ ਲੋਨ ਸਾਡਾ ਘਟ ਗਿਆ। ਜਦੋਂ 2019 ਵਿੱਚ ਡਾਕਟਰ ਦਵਿੰਦਰ ਵੀਰ ਜੀ ਆਏ ਸੀ ਉਦੋਂ ਅਰਾਊਂਡ 7 ਮਿਲੀਅਨ ਦੇ ਨੇੜੇ ਸੀ, ਰਾਈਟ? ਤੇ ਹੁਣ ਜਦੋਂ ਆਪਾਂ ਸਾਰੀ ਕੈਂਪੇਨ ਕੀਤੀ ਸੀ ਹੁਣ 4 ਮਿਲੀਅਨ ਦੇ ਨੇੜੇ ਅਸੀਂ ਪਹੁੰਚ ਗਏ ਹੈਗੇ ਆ। ਸੋ ਇਹ ਬੜੀ ਵੱਡੀ ਅਚੀਵਮੈਂਟ ਹੈਗੀ ਹੈ, ਬਟ ਇਹ ਸਾਰਾ ਕੁਝ ਸੰਗਤ ਦੀ ਸਪੋਰਟ ਨਾਲ ਹੋਇਆ ਹੈ। ਜੀ ਸੋ ਸੰਗਤ ਨਾਲ ਖੜੀ ਹੋਈ ਹੈ, ਸੰਗਤ ਨੇ ਆਪਣਾ ਕਾਰਜ ਸਮਝਿਆ ਜੀ, ਕਿਉਂਕਿ ਮੈਂ ਤਾਂ ਸੋਚਦੀ ਹਾਂ ਕਿ ਆਪਣੇ ਬੱਚਿਆਂ ਵਾਸਤੇ ਤੇ ਬਹੁਤ ਕੁਝ ਇੱਥੇ ਕਰਨ ਨੂੰ ਹੈਗਾ ਵੇ, ਬਟ ਜਿਹੜੀ ਅੰਦਰ ਦੀ ਰੂਹ ਦੀ ਖੁਸ਼ੀ ਹੈਗੀ ਹੈ ਉਹ ਦੂਜੇ ਬੱਚਿਆਂ ਦੀ ਸੇਵਾ, ਦੂਜੇ ਵੀ ਨਹੀਂ ਸਾਡੇ ਬੱਚੇ ਨੇ ਬਟ 500 ਬੱਚੇ ਨੇ, ਕੌਮ ਦੇ ਬੱਚੇ ਨੇ, ਅਸੀਂ ਉਹਨਾਂ ਦੀ ਸੇਵਾ, ਅਸੀਂ ਤੇ ਸਿਰਫ ਇੱਥੋਂ ਬੈ ਕੇ ਮਾਇਆ ਦੀ ਸੇਵਾ ਕਰਨੀ ਹੈ। ਬਟ ਜਿਵੇਂ ਜਸਪਾਲ ਵੀਰ ਜੀ ਨੇ ਕਿਹਾ ਕਿ ਗਰਾਊਂਡ ਲੈਵਲ ਤੇ ਜਿਵੇਂ ਉੱਥੇ ਟਰਸਟ ਦਿਨੇ ਰਾਤ ਕੰਮ ਕਰਦੀ ਹੈਗੀ ਹੈ ਉਹ ਬਹੁਤ ਐਪਰੀਸ਼ੀਏਟਬਲ ਹੈਗਾ ਵੇ। ਸੋ ਅਗੇਨ ਕਿ ਅਸੀਂ ਇੱਕ ਤੇ ਟਰੈਵਲਿੰਗ ਸ਼ੁਰੂ ਕਰਨ ਲੱਗੇ ਆ ਤੇ ਸੰਗਤਾਂ ਨੂੰ ਆ ਕੇ ਅਸੀਂ ਖੁਦ ਵੀ ਹੁਣ ਸਾਰੇ ਮਿਲਾਂਗੇ, ਸੰਗਤ ਨੂੰ ਮਿਲਾਂਗੇ। ਦੂਸਰਾ ਸਾਡੇ ਇਸ ਤਰ੍ਹਾਂ ਹੀ ਪ੍ਰੋਗਰਾਮ ਵੀ ਨਾਲ ਤੁਹਾਡੀ ਸਪੋਰਟ ਨਾਲ ਚੱਲਦੇ ਰਹਿਣਗੇ ਤੇ ਤੁਸੀਂ ਪਲੀਜ਼ ਕਾਲ ਕਰੋ, ਤੁਸੀਂ ਮੇਰੇ ਫੋਨ ਨੰਬਰ ਥੱਲੇ ਸਕਰੋਲ ਤੇ ਸ਼ੋ ਹੋ ਰਿਹਾ ਹੈ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ 24/7 ਅਵੇਲੇਬਲ ਹੈਗੇ ਆ। ਫੋਨ ਨੰਬਰ ਮੇਰਾ 9726931077
ਤੇ ਅਸੀਂ ਜਿਸ ਤਰ੍ਹਾਂ ਵੀ ਸੇਵਾ ਕਰ ਸਕੀਏ ਅਸੀਂ ਕੰਟਰੀਬਿਊਟ ਜ਼ਰੂਰ ਕਰੀਏ ਜੀ, ਭਾਵੇਂ ਡਾਲਰ ਕਰੀਏ ਭਾਵੇਂ 10 ਕਰੀਏ ਭਾਵੇਂ 100 ਕਰੀਏ ਜੀ। ਤੇ ਸਾਰਾ ਬਾਬੇ ਦਾ ਦਿੱਤਾ ਹੈ, ਅਸੀਂ ਜਿੰਨਾ ਵੀ ਕਰ ਸਕੀਏ ਤੇ ਕਮਰਿਆਂ ਦੀ ਸੇਵਾ ਜੇ ਅਸੀਂ ਕਰ ਸਕਦੇ ਹਾਂ ਸਾਰੇ 4 ਜਣੇ ਮਿਲ ਕੇ 10 ਜਣੇ ਮਿਲ ਕੇ 1 ਜਣਾ ਮਿਲ ਕੇ ਅਸੀਂ 1 ਕਮਰਿਆਂ ਦੀ ਸੇਵਾ ਕਰੀਏ ਤਾਂ ਕਿ ਅਸੀਂ ਜਦੋਂ 31 ਦਸੰਬਰ ਵਾਲੀ ਨਾਈਟ ਜਿਹੜੀ ਹੈਗੀ ਹੈ ਕਿ ਅਸੀਂ ਉਦੋਂ ਅਨਾਉਂਸ ਕਰੀਏ ਕਿ ਸਾਡਾ ਜਿਹੜਾ 100 ਕਮਰਿਆਂ ਦਾ ਟਾਰਗੇਟ ਹੈ ਉਹ ਪੂਰਾ ਹੋ ਗਿਆ ਹੈ। ਪੂਰਾ ਨਹੀਂ ਹੋਇਆ ਹੋ ਜਾਏਗਾ ਹਾਂਜੀ ਐਗਜ਼ੈਕਟਲੀ ਐਕਸੀਡ ਹੋਏਗਾ ਅਕਾਲ ਪੁਰਖ ਦਾ ਕੰਮ ਹੈ ਇਹ ਨਾ ਰੂਬੀ ਵੀਰ ਜੀ ਦਾ ਨਾ ਜਸਪਾਲ ਨਾ ਤੁਹਾਡਾ ਨਾ ਟਰਸਟ ਦਾ ਨਾ ਮੇਰਾ ਇਹ ਅਕਾਲ ਪੁਰਖ ਦਾ ਕੰਮ ਹੈਗਾ ਵੇ ਔਰ ਅਕਾਲ ਪੁਰਖ ਨੇ ਕਿੱਥੋਂ ਕਿੱਥੋਂ ਰੂਹਾਂ ਭੇਜਣੀਆਂ ਆਪਾਂ ਨੂੰ ਪਤਾ ਵੀ ਨਹੀਂ ਚੱਲਣਾ ਮੈਨੂੰ ਪੂਰਾ ਭਰੋਸਾ ਹੈਗਾ ਜੀ। ਗੁਰੂ ਕਾਸ਼ੀ ਤੇ ਜਦੋਂ ਸ਼ੁਰੂ ਹੋਇਆ ਸੀ ਪ੍ਰੋਜੈਕਟ ਤੇ ਅਸੀਂ ਮੈਂ ਇੰਡੀਆ ਹੀ ਬਾਬਾ ਜੀ ਕੋਲ ਬੈਠੇ ਤੇ ਇੱਕ ਬੀਬੀ ਜੀ ਸੀ ਉੱਥੇ ਤੇ ਉਹ ਰੋ ਰਹੇ ਸੀ ਬਾਬਾ ਜੀ ਕੋਲ ਬੈਠ ਕੇ ਕਿ ਬਾਬਾ ਜੀ ਲੈਂਡ ਤੇ ਆ ਗਈ ਹੁਣ 100 ਕਰੋੜ ਕਿੱਥੋਂ ਆਏਗਾ ਔਰ ਮੈਨੂੰ ਇੰਨਾ ਯਾਦ ਹੈ ਉਹ ਸੀਨ ਕਿ ਬਾਬਾ ਜੀ ਇੰਨੇ ਰਿਲੈਕਸ ਐਂਡ ਢੋਲ ਲਾ ਕੇ ਬੈਠੇ ਹੋਏ ਇੰਨੇ ਕਾਮ ਸੀਗੇ ਇੰਨੇ ਲਾਈਕ ਜਿਵੇਂ ਕਿ ਕਹਿ ਲੋ ਕੋਈ ਫੀਅਰਲੈਸ ਸੀ ਕੋਈ ਬੋਝ ਨਹੀਂ ਸੀ ਕਹਿੰਦੇ ਬੀਬੀ ਕਿਉਂ ਰੋਣੀ ਆ ਅਕਾਲ ਪੁਰਖ ਦਾ ਕੰਮ ਹੈ ਆਪੇ ਹੋਏਗਾ ਵਾਹ। ਤੇ ਮੈਨੂੰ ਉਹੀ ਕੌਨਫੀਡੈਂਸ ਹੈ ਕਿ ਸਾਡਾ 31 ਦਸੰਬਰ ਦੀ ਨਾਈਟ ਅਸੀਂ ਅਨਾਉਂਸ ਕਰਾਂਗੇ ਕਿ ਅਸੀਂ ਆਪਣਾ ਗੋਲ ਜਿਹੜਾ ਹੈ ਰੀਚ ਕਰ ਲਿਆ ਹੈਗਾ ਰੀਚ ਕਰ ਲਿਆ ਤੇ ਐਕਸੀਡ ਕਰ ਲਿਆ ਵਾਹਿਗੁਰੂ ਦੀ ਮਿਹਰ ਜ਼ਰੂਰ ਇਸ ਚੀਜ਼ ਦੇ ਵਿੱਚ ਹੋਏਗੀ ਤੇ ਹੈਗੀ ਸਾਰੀ ਟੀਮ ਨੂੰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਸਾਡੇ ਲਈ ਟਾਈਮ ਕੱਢ ਕੇ ਜੁੜੇ ਅੱਜ ਨਾ ਕਿ ਸਿਰਫ ਸੰਸਥਾ ਦੇ ਅਚੀਵਮੈਂਟਸ ਅਕੰਪਲਿਸ਼ਮੈਂਟਸ ਬਾਰੇ ਸਾਨੂੰ ਅਪਡੇਟਸ ਦਿੱਤੀਆਂ ਬਟ ਕੁਝ ਕਾਫੀ ਐਕਸਾਈਟਿੰਗ ਚੀਜ਼ਾਂ ਬਾਰੇ ਸਾਨੂੰ ਅੱਜ ਤੁਸੀਂ ਦੱਸਿਆ ਰੀਅਲੀ ਲੁੱਕ ਫਾਰਵਰਡ ਟੂ ਸੀਇੰਗ ਯੂ ਗਾਈਜ਼ ਇਨ ਪਰਸਨ ਮੁਕਤਾ ਜੀ ਜ਼ਰੂਰ ਇਸ ਪਾਸੇ ਨਿਊਯਾਰਕ ਵਾਲੇ ਪਾਸੇ ਵੀ ਟ੍ਰਿਪ ਦਾ ਪਲਾਨ ਕਰਿਓ ਬਟ ਵਾਂਸ ਅਗੇਨ ਆਈ ਥਿੰਕ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਇਹੀ ਹੈਗੀ ਕਿ ਇਹ ਜੋ ਮਿਸ਼ਨ ਹੈ ਜਿਸ ਤਰ੍ਹਾਂ ਇੱਕ ਗੁਰਦੁਆਰਾ ਸਾਰਿਆਂ ਦਾ ਸਾਂਝਾ ਹੁੰਦਾ ਸਾਡੇ ਗੁਰੂਆਂ ਨੇ ਕਿਹਾ ਕਿ ਇਸ ਗੁਰਦੁਆਰੇ ਦੇ ਵਿੱਚ ਕੋਈ ਵੀ ਆ ਸਕਦਾ ਹੈ ਲੰਗਰ ਛਕ ਸਕਦਾ ਹੈ ਬਾਣੀ ਸੁਣ ਸਕਦਾ ਹੈ ਉਸ ਤਰ੍ਹਾਂ ਇਹ ਜੋ ਸੰਸਥਾ ਹੈਗੀ ਇਹਦਾ ਵੀ ਮਿਸ਼ਨ ਸਾਡਾ ਸਾਰਿਆਂ ਦਾ ਸਾਂਝਾ ਹੈ ਇਹ ਸਾਡੇ ਫਿਊਚਰ ਦੀ ਗੱਲ ਹੈ ਪੰਜਾਬ ਦੇ ਫਿਊਚਰ ਬੱਚਿਆਂ ਦੇ ਫਿਊਚਰ ਦੀ ਗੱਲ ਹੋ ਰਹੀ ਹੈ ਇੱਕ ਵਾਰੀ ਫਿਰ ਰਵੀਦੀਪ ਕੌਰ ਮੁਕਤਾ ਜੀ ਦੀ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੋ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਾਰੇ ਟੈਕਸ ਡਿਡਕਟੇਬਲ ਡੋਨੇਸ਼ਨਸ ਬਾਰੇ ਜਾਂ ਕਿਸ ਤਰ੍ਹਾਂ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਦਸਵੰਤ ਕੱਢ ਸਕਦੇ ਹੋ ਤੁਸੀਂ ਮੁਕਤਾ ਜੀ ਨਾਲ ਜ਼ਰੂਰ ਕਨੈਕਟ ਕਰ ਸਕਦੇ ਹੋ ਇੱਕ ਵਾਰੀ ਫਿਰ ਤੁਹਾਨੂੰ ਤਿੰਨਾਂ ਨੂੰ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਇਸੇ ਤਰ੍ਹਾਂ ਅਗਲੇ ਹਫਤੇ ਤੁਹਾਡੇ ਨਾਲ ਮਿਲਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਇੱਕ ਵਾਰੀ ਫਿਰ ਇਹ ਪ੍ਰੋਗਰਾਮਸ ਤੁਹਾਡੇ ਨਾਲ ਹਰ ਸੰਡੇ ਸ਼ਾਮ 8:30 ਵਜੇ ਪੇਸ਼ ਕਰਾਂਗੇ ਅਗਰ ਤੁਸੀਂ ਮੁਕਤਾ ਜੀ ਨਾਲ ਕਨੈਕਟ ਕਰਨਾ ਚਾਹੁੰਦੇ ਹੋ ਉਹਨਾਂ ਦੀ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ ਤੁਸੀਂ ਸਾਡੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ ਕਿਸੇ ਵੀ ਕਾਰਨ ਕਰਕੇ ਇਸ ਪ੍ਰੋਗਰਾਮ ਦੇ ਮੁੱਦੇ ਨੂੰ ਲੈ ਕੇ ਤੁਸੀਂ ਸਾਨੂੰ ਵੀ ਰੀਚ ਕਰ ਸਕਦੇ ਹੋ info@justbroadcasting.com ashmita@justbroadcasting.com ਇਸ ਤਰ੍ਹਾਂ ਤੁਹਾਡੇ ਨਾਲ ਅਗਲੇ ਹਫਤੇ ਮਿਲਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ